ਪਹਿਲਾਂ ਮੈਂ ਤੁਹਾਨੂੰ ਕਹਾਂਗਾ ਥੈਂਕ ਯੂ ਇਹ ਇੰਟਰਵਿਊ ਜਿਹੜਾ ਸਾਨੂੰ ਟੱਕਰ ਹਟੇ। ਹਾਂਜੀ, ਤੁਸੀਂ ਪਹਿਲਾਂ ਮੈਨੂੰ ਦੱਸ ਸਕਦੇ ਤੁਹਾਡਾ ਫੁੱਲ ਨਾਂ ਕੀ ਹੈਗਾ? ਮੇਰਾ ਨਾਮ ਗੁਰਮੇਲ ਸਿੰਘ ਹੈ ਜੀ। ਨਾਲੇ ਤੁਸੀਂ ਤੁਹਾਡਾ ਜਨਮ ਦਿਨ? ਇਹ 1938। ਨਾਲੇ ਤੁਸੀਂ ਕਿੱਥੇ ਜੰਮੇ ਸੀ? ਵਿਲੇਜ ਹਕੀਮਪੁਰ, ਇਸ ਵੇਲੇ ਡਿਸਟ੍ਰਿਕਟ ਨਵਾਂਸ਼ਹਿਰ, ਪੰਜਾਬ ਦੇ ਵਿੱਚ। ਤੁਸੀਂ ਦੱਸ ਸਕਦੇ ਮੈਨੂੰ ਤੁਹਾਡੇ ਥੋੜ੍ਹਾ ਜਿਹਾ ਤੁਹਾਡੇ ਚਾਈਲਡਹੁੱਡ ਦਾ ਕਿ ਕਿੰਨੇ ਜਣੇ ਸੀ ਨਿਆਣੇ, ਜਿੱਦਾਂ ਕਿੰਨੇ ਜਣੇ ਘਰ ਵਿੱਚ ਰਹਿੰਦੇ ਸੀ, ਕੀ ਕਰਦਾ ਹੁੰਦਾ ਸੀ ਤੁਸੀਂ? ਮੇਰੇ ਮਦਰ ਅਤੇ ਜਿਹੜਾ ਫਾਦਰ ਸੀ ਉਹਨਾਂ ਦੀ ਬਹੁਤ, ਮੈਂ ਛੋਟਾ ਜਿਹਾ ਸੀ ਜਦੋਂ ਡੈਥ ਹੋ ਗਈ ਸੀ, ਅਤੇ ਮੇਰੇ ਤਾਏ ਨੇ ਲੁੱਕ ਆਫਟਰ ਕੀਤੀ ਹੈ ਜ਼ਿਆਦਾਤਰ। ਅਤੇ ਮੇਰਾ ਵੱਡਾ ਬ੍ਰਦਰ ਜਿਹੜਾ ਸੀ ਉਹ ਅਰਲੀ ਸਟੇਜ ਦੇ ਵਿੱਚ ਉਹ ਬਾਹਰ ਕਲਕੱਤੇ ਆਪਣੇ ਮਾਮਿਆਂ ਦੇ ਕੋਲ ਚਲੇ ਗਿਆ ਸੀ, ਕੰਮ ਕਰਦਾ ਸੀ ਉੱਥੇ। ਅਤੇ ਆਮ ਤੌਰ 'ਤੇ ਜਾਣੀ ਅਸੀਂ ਘਰ ਦੇ ਵਿੱਚ ਦੋ ਹੀ ਹੁੰਦੇ ਸੀ, ਮੇਰਾ ਤਾਇਆ ਅਤੇ ਮੈਂ। ਸਰ ਮੈਂ ਤੁਹਾਨੂੰ ਪੁੱਛ ਸਕਦਾ ਤੁਹਾਡੇ ਮਾਂ-ਬਾਪ ਕਾਹਦੇ ਤੋਂ ਮਰੇ ਹੋ ਗਏ ਇੰਨੀ ਤੁਹਾਡੀ ਨਿੱਕੀ ਉਮਰ 'ਤੇ? ਮੈਨੂੰ ਇਹ ਤਾਂ ਬਹੁਤਾ ਪਤਾ ਨਹੀਂ ਹੈ ਵੀ ਕੀ ਬਿਮਾਰੀ ਕਿੱਦਾਂ ਹੋਊਗੀ, ਕਿ ਉਹ ਤਾਂ ਡਾਕਟਰੀ ਰਿਪੋਰਟ ਹੋ ਸਕਦੀ ਕੁਛ ਡਿਫਰੈਂਟ ਹੋਵੇ। ਵੈਸੇ ਬਹੁਤੀ ਵੱਡੀ ਉਮਰ ਨਹੀਂ ਸੀ। ਮੇਰਾ ਜਿਹੜਾ ਫਾਦਰ ਸੀਗਾ ਉਹ ਬਹੁਤ ਵੱਡਾ ਵੇਟ ਲਿਫਟਰ ਸੀਗਾ। ਉਹ ਪੰਜਾਬ ਦੇ ਵਿੱਚ ਟੌਪ ਦੇ ਵੇਟ ਲਿਫਟਰਾਂ ਦੇ ਵਿੱਚ ਸੀਗਾ। ਜਿਹੜੇ ਵੱਡੇ ਵੱਡੇ ਪੰਜਾਬ ਦੇ ਮੇਲੇ ਹੁੰਦੇ ਸੀ ਨਾ, ਉਹਨਾਂ ਦੇ ਵਿੱਚ ਵੀ ਉਹ ਜਾ ਕੇ ਭਾਰ ਚੱਕਿਆ, ਜਿਹੜਾ ਕਿਸੇ ਤੋਂ ਆਮ ਤੋਂ ਚੱਕ ਨਹੀਂ ਹੋਇਆ ਜਿੰਨਾ ਚਿਰ ਚੱਕਿਆ। ਉਹ 10 ਫੁੱਟ ਉੱਚੀ ਪਲੇਟਫਾਰਮ ਦੇ ਉੱਤੇ ਵੱਡਾ ਸਾਰਾ ਸਟੋਨ ਰੱਖ ਕੇ ਚੱਕਦਾ ਹੁੰਦਾ ਸੀ, ਜਿਹੜਾ ਅੱਜ ਕੱਲ੍ਹ 200 ਕਿਲੋ ਹੋ ਸਕਦਾ ਭਾਰ ਉਹਦਾ। ਤੁਸੀਂ ਭਰਾ ਦੀ ਵੀ ਗੱਲ ਕੀਤੀ ਜਿਹੜਾ ਕਲਕੱਤੇ ਵੱਲ ਗਿਆ ਸੀ, ਤੁਸੀਂ ਆਪ ਨਾਲੇ ਭਰਾ ਹੀ ਸੀ? ਤੁਹਾਡੇ ਤੁਸੀਂ ਦੋ ਹੀ ਸੀ? ਦੋ ਹੀ ਭਰਾ ਸੀ। ਤੁਹਾਨੂੰ ਯਾਦ ਹੋਗਾ ਸਕੂਲ ਜਾਣ ਦਾ ਜਾਂ ਨਿੱਕੇ ਹੁੰਦੇ ਕੀ ਕੀਤਾ? ਸਕੂਲ ਸਾਡੇ ਪਿੰਡ ਪ੍ਰਾਇਮਰੀ ਸਕੂਲ ਸੀਗਾ। ਮੈਂ ਚੌਥੀ ਜਿਹੜੀ ਜਮਾਤ ਆ ਉਹ ਪਿੰਡ ਦੇ ਸਕੂਲ 'ਚ ਕੀਤੀ ਆ। ਫਿਰ ਮੈਂ ਮੈਟ੍ਰਿਕ ਕੀਤੀ ਆ ਮੁਕੰਦਪੁਰ, ਸਾਡੇ ਸਕੂਲ ਨਾਲ ਹੀ ਆ ਮੀਲਕ 'ਤੇ। ਅਤੇ ਫਿਰ ਮੈਂ ਨਵਾਂਸ਼ਹਿਰ ਕਾਲਜ ਵਿੱਚ ਲੱਗਾ ਸੀ, ਉੱਥੇ ਮੈਂ ਸਾਲ ਕੀ ਲਾਇਆ, ਫਿਰ ਮੈਂ ਹਟ ਗਿਆ ਸੀ। ਕਾਹਦੇ ਲਈ ਪੁੱਛ ਸਕਦਾ ਤੁਹਾਨੂੰ? ਹਾਂਜੀ, ਕਾਹਦੇ ਲਈ ਹਟੇ ਸੀ? ਜਿੱਦਾਂ ਮਨ ਵਿੱਚ ਇੱਦਾਂ ਹੀ ਕੋਈ ਜੋਬ ਇੱਦਾਂ ਦੀ, ਰੇਲਵੇ ਜਾਂ ਹੋਰ ਇੱਦਾਂ ਦੀ ਕੋਈ ਜੋਬ ਟੋਲੀਏ, ਜਾਂ ਘਰ ਦਾ ਕੋਈ ਬਿਜ਼ਨਸ ਕਰੀਏ, ਜਾਂ ਕੋਈ ਖੇਤੀਬਾੜੀ ਕਰੀਏ। ਪੜ੍ਹਾਈ 'ਚ ਬੜਾ ਮਨ ਨਹੀਂ ਲੱਗਿਆ ਉਦੋਂ। ਹਾਂਜੀ, ਫਿਰ ਬਾਅਦ ਦੇ ਵਿੱਚ ਮੈਂ ਮਹਿਸੂਸ ਜ਼ਰੂਰ ਕੀਤਾ ਵੀ ਪੜ੍ਹਨਾ ਚਾਹੀਦਾ ਸੀ ਮੈਨੂੰ, ਫਿਰ ਟੂ ਲੇਟ ਸੀ। ਤੁਸੀਂ ਇੰਡੀਆ ਵਿੱਚ ਜਿੱਦਾਂ ਕੋਈ ਕਹਾਣੀਆਂ ਯਾਦ ਹੋ ਗਈਆਂ ਜਿਹੜੀਆਂ ਜਿੱਥੇ ਤੁਸੀਂ ਨਿੱਕੇ ਹੁੰਦੇ ਫਰੈਂਡਾਂ ਨਾਲ, ਰਿਸ਼ਤੇਦਾਰਾਂ ਨਾਲ, ਜਾਂ ਹੋਰ ਕੋਈ ਐਕਸਟੈਂਡਡ ਫੈਮਿਲੀ, ਤਾਏ ਦੇ ਬੱਚਿਆਂ ਦੇ ਨਾਲ ਕੋਈ ਜਿੱਦਾਂ ਗੇਮਾਂ ਚੀਜ਼ਾਂ ਕੀਤੀਆਂ? ਛੋਟੇ ਹੁੰਦੇ ਇੱਦਾਂ ਵੀ ਸਾਨੂੰ ਗੇਮਾਂ ਦਾ ਵੀ ਸ਼ੌਕ ਸੀਗਾ, ਕਬੱਡੀ, ਫੁੱਟਬਾਲ। ਅਤੇ ਮੇਰਾ ਇੱਕ ਦੋਸਤ ਹੁੰਦਾ ਸੀ ਝਲਮਣ ਸਿੰਘ, ਉਹ ਬਹੁਤ ਮਸ਼ਹੂਰ ਪਲੇਅਰ ਵੀ ਹੋਇਆ ਕਬੱਡੀ ਦਾ। ਅਤੇ ਉਹਦਾ ਇੱਕ ਹੌਬੀ ਸੀਗੀ ਸਵਿਮ ਕਰਨਾ, ਔਰ ਉਹ ਕੈਨਾਲ ਦੇ ਵਿੱਚ ਜਿੱਧਰੋਂ ਪਾਣੀ ਆਉਂਦਾ ਇਸ ਪਾਸੇ ਨੂੰ ਉਹ ਕਾਫੀ ਦੂਰ ਤੱਕ ਤੁਰ ਕੇ ਚੱਲ ਜਾਂਦਾ ਸੀ। ਕੈਨਾਲ ਨੂੰ ਪਾਰ ਕਰਨ ਲਈ ਉਹ ਹੱਥਾਂ ਵਿੱਚ ਆਪਣੇ ਸਾਰੇ ਕੱਪੜੇ ਲਾਹ ਕੇ ਖੜੀ ਤਾਰੀ ਕ੍ਰਾਸ ਕਰ ਜਾਂਦਾ ਸੀ। ਹਾਂਜੀ, ਅਤੇ ਉਹ ਅਬਾਊਟ 18 ਫੁੱਟ ਡੀਪ ਥੱਲੇ ਮਾਰ ਕੇ ਨਾ ਚੁੱਭੀ, ਅਤੇ ਖੂਹਾਂ ਦੇ ਵਿੱਚੋਂ ਚੀਜ਼ਾਂ ਵੀ ਇਹਦੇ ਚੱਕ ਲਿਆਉਂਦਾ ਸੀ, ਡਿੱਗੀਆਂ ਲੋਕਾਂ ਦੀਆਂ। ਅਤੇ ਉਹਦੀ ਇੱਧਰ ਆ ਕੇ ਫਿਰ ਡੈਥ ਹੋਈ ਆ, ਥੋੜ੍ਹਾ ਜਿਹਾ ਸਾਲ ਕੀ ਹੋਇਆ, ਸ਼ੂਗਰ ਹੋ ਗਈ ਸੀ ਇਹਨੂੰ। ਅਤੇ ਇਹੋ ਜਿਹਾ ਸੀਗਾ। ਜ਼ਿਆਦਾਤਰ ਮੈਂ ਪੋਲੀਟੀਕਲ ਲਾਈਨ ਵਿੱਚ ਹੀ ਪੈ ਗਿਆ ਛੇਤੀ ਪੜ੍ਹਨ ਤੋਂ ਬਾਅਦ। ਉਮਰ ਕੀ ਸੀ ਜਦੋਂ ਪੋਲੀਟੀਕਲ ਇੰਟਰਸਟ ਤੇਰਾ ਹੋਇਆ? 1959 ਦੇ ਵਿੱਚ ਮੈਂ ਵੈਟਰਮੈਂਟ ਲੇਵੀ ਇੱਕ ਸੀਗਾ, ਟੈਕਸ ਲਾਇਆ ਸੀ ਪੰਜਾਬ ਗੌਰਮੈਂਟ ਨੇ, ਜਦੋਂ ਭਾਖੜਾ ਪ੍ਰੋਜੈਕਟ ਬਣਿਆ ਨਾ। ਭਾਖੜਾ ਬਹੁਤ ਵੱਡਾ ਡੈਮ ਆ, ਉਹ ਜਦ ਬਣਿਆ ਤਾਂ ਵੈਟਰਮੈਂਟ ਲੇਵੀ ਟੈਕਸ ਜਿਹੜਾ ਲਾਇਆ ਸੀ ਵੀ ਲੋਕਾਂ ਦੀ ਹੁਣ ਹਾਲਤ ਚੰਗੀ ਹੋ ਗਈ ਹੈ ਪੰਜਾਬ ਦੀ, ਇਸ ਕਰਕੇ ਇਹਨਾਂ ਉੱਤੇ ਟੈਕਸ ਲਾਇਆ ਜਾਣਾ ਚਾਹੀਦਾ। ਉਸ ਟੈਕਸ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਨੇ ਬੜੀ ਤਗੜੀ ਐਜੀਟੇਸ਼ਨ ਕੀਤੀ, ਜਿਹਦੇ ਵਿੱਚ
ਕਿਸਾਨ ਜਿਹੜੇ ਸੀ ਉਹ ਜੇਲ੍ਹਾਂ ਨੂੰ ਗਏ ਤੇ ਉਹਦੇ ਵਿੱਚ ਮੈਂ ਵੀ 1 ਮਹੀਨਾ ਜੇਲ੍ਹ ਕੱਟ ਕੇ ਆਇਆ 1959 ਦੇ ਵਿੱਚ। ਕਾਹਦੇ ਲਈ? ਇਹ ਬੈਟਰਮੈਂਟ ਲੇਵੀ ਦੇ ਖਿਲਾਫ, ਟੈਕਸ ਦੇ ਖਿਲਾਫ। ਪਰ ਤੁਸੀਂ ਕੀ ਕੀਤਾ ਜਿਹੜਾ ਜੇਲ੍ਹ ਨਹੀਂ ਆਉਣਾ ਪਿਆ? ਤੁਸੀਂ ਪ੍ਰੋਟੈਸਟ ਉਹ ਕੀਤੀ, ਕੀ ਕੀਤਾ? ਪ੍ਰੋਟੈਸਟ ਹੁੰਦਾ ਹੈ, ਇਹ ਪ੍ਰੋਟੈਸਟ ਦੇ ਕਈ ਤਰੀਕੇ ਹੁੰਦੇ ਆ। ਇੱਕ ਲੋਕ ਜਦੋਂ ਕਿਸੇ ਗੱਲ ਲਈ ਪ੍ਰੋਟੈਸਟ ਕਰਦੇ ਆ ਨਾ, ਉਹ ਗੌਰਮੈਂਟ ਨੂੰ ਫੋਰਸ ਕਰਦੇ ਆ ਵੀ ਗੌਰਮੈਂਟ ਉਹਨਾਂ ਨੂੰ ਅਰੈਸਟ ਕਰੇ। ਅਰੈਸਟ ਹੋ ਕੇ ਇੱਦਾਂ ਵੀ 20-25 ਹਜ਼ਾਰ ਬੰਦਾ ਜਾਂ ਜੇਲ੍ਹਾਂ 'ਚ ਚਲ ਜਾਂਦਾ ਤਾਂ ਗੌਰਮੈਂਟ ਲਈ ਇੱਕ ਪ੍ਰੋਬਲਮ ਖੜੀ ਹੋ ਜਾਂਦੀ ਆ। ਉਹਨੇ ਕੋਈ ਕ੍ਰਾਈਮ ਨਹੀਂ ਕੀਤਾ ਹੁੰਦਾ, ਉਹ ਪ੍ਰੋਟੈਸਟ ਕਰਦੇ ਆ, ਉਹ ਆਪਣੇ ਆਪ ਨੂੰ ਅਰੈਸਟ ਕਰਵਾਉਂਦੇ ਆ ਅਤੇ ਜੇਲ੍ਹਾਂ ਦੇ ਵਿੱਚ ਜਾ ਕੇ ਮਤਲਬ ਜਾਂ ਪ੍ਰੋਬਲਮ ਖੜੀ ਹੋ ਜਾਂਦੀ ਗੌਰਮੈਂਟ ਨੂੰ, ਅਤੇ ਗੌਰਮੈਂਟ ਫਿਰ ਮਜਬੂਰ ਹੋ ਜਾਂਦੀ ਆ ਲੀਡਰਾਂ ਨਾਲ ਗੱਲ ਕਰਨ ਲਈ ਜਾਂ ਉਸ ਮਸਲੇ ਬਾਰੇ ਜਿਹਦੇ ਖਿਲਾਫ ਲੋਕਾਂ ਨੇ ਪ੍ਰੋਟੈਸਟ ਕੀਤਾ ਹੁੰਦਾ ਹੈ। ਸੋ ਕਿੰਨੇ ਲੋਕ ਜੇਲ੍ਹ ਨੂੰ ਗਏ ਸੀ? ਉਹ 20,000 ਸੀ ਸਾਰੇ ਪੰਜਾਬ 'ਚ। ਸਾਲ ਜਿਹੜਾ ਕੱਟਿਆ, ਹਾਂ, ਫਿਰ ਤੁਸੀਂ ਸਰਪ੍ਰਾਈਜ਼ਡ ਸੀ ਜਿਹੜਾ ਤੁਸੀਂ ਸਾਲ ਕੱਟਿਆ? ਨਹੀਂ, ਮੈਂ ਸਾਲ ਨਹੀਂ ਕੱਟਿਆ, ਮੈਂ ਮਹੀਨਾ, 1.5 ਮਹੀਨਾ। ਹਾਂ, ਮਹੀਨਾ। ਹਾਂ, ਤੁਹਾਡੀ ਜਿਹੜੀ ਪੁਆਇੰਟ ਸੀ, ਹਾਂ, ਗਵਰਨਮੈਂਟ ਨੇ ਸੁਣੀ? ਫਿਰ ਉਹ ਗਵਰਨਮੈਂਟ ਨੇ ਸੁਣੀ। ਉਹ ਜਿਹੜਾ ਟੈਕਸ ਸੀਗਾ ਉਹ 104 ਕਰੋੜ ਦਾ ਸੀ, 104 ਕਰੋੜ ਰੁਪਈਸ ਦਾ। ਉਹ ਘਟ ਕੇ 33 ਕਰੋੜ ਤੇ ਉਦੋਂ ਹੀ ਮੰਨ ਗਿਆ ਸੀ। ਬਾਅਦ ਦੇ ਵਿੱਚ ਜਿਹੜਾ ਉਹ ਰਹਿੰਦਾ ਸੀ ਉਹ ਵੀ ਗਵਰਨਮੈਂਟ ਨੇ ਵਾਪਸ ਲਿਆ। ਅਤੇ ਉਹ ਬੜੀ ਤਗੜੀ ਐਜੀਟੇਸ਼ਨ ਸੀਗੀ ਉਹ ਫਾਰਮਰਜ਼ ਯੂਨੀਅਨ ਜਿਹੜੀ ਹੁੰਦੀ ਹੈ, ਕਿਸਾਨ ਸਭਾ, ਉਹਨਾਂ ਵੱਲੋਂ ਸੀ। ਸਰ ਤੁਹਾਡੀ ਉਮਰ ਸੀ 21 ਉਦੋਂ ਜਦੋਂ ਇਹ ਗੱਲ ਹੋਈ ਸੀ 59 ਦੀ? ਉਦੋਂ ਮੇਰੀ 21 ਸੀ। ਤੁਹਾਡੇ ਦੋਸਤ ਉਦੋਂ ਕਿੱਦਾਂ ਦੇ ਸੀ? ਪੋਲੀਟੀਕਲ ਤੁਹਾਡੇ ਕੋਲ ਫਰੈਂਡ ਸੀ ਜਾਂ ਉਹ ਕਿੱਦਾਂ ਦੇ ਸੀ? ਸਾਡੇ ਫਰੈਂਡ ਨਹੀਂ ਸੀ ਕੋਈ। ਇੱਕ ਸਾਡੇ ਬਜ਼ੁਰਗ ਸੀ ਪਿੰਡ ਦੇ ਵਿੱਚ ਜਿਹਦੇ ਕੋਲ ਸਾਡੀ ਇੰਡੀਪੈਂਡੈਂਸ ਮੂਵਮੈਂਟ ਦਾ ਇੱਕ ਤਕੜਾ ਬਾਬੇ ਜਿਹੜੇ ਪੁਰਾਣੇ ਹੁੰਦੇ ਸੀ, ਫਾਈਟਰ ਸੀ, ਗੁੱਡ ਫਾਈਟਰ ਸੀ ਮੂਵਮੈਂਟ ਲਈ, ਇੰਡੀਪੈਂਡੈਂਟ ਮੂਵਮੈਂਟ ਲਈ। ਉਹ ਉਹਨਾਂ ਦਾ ਰਿਲੇਸ਼ਨ ਸੀਗਾ, ਉਹ ਉਹਨਾਂ ਕੋਲ ਆਉਂਦਾ ਜਾਂਦਾ ਸੀ। ਉਹ ਫਿਰ ਕਈ ਵਾਰੀ ਸਾਡੇ ਨਾਲ ਵੀ ਗੱਲਾਂ ਕਰ ਲੈਂਦਾ ਸੀਗਾ ਅਤੇ ਉਹਨਾਂ ਦੀਆਂ ਗੱਲਾਂ ਦਾ ਇਨਫਲੂਐਂਸ ਇਹੋ ਜਿਹਾ ਸੀਗਾ ਭਈ ਸਾਨੂੰ ਕੁਛ ਨਾ ਕੁਛ ਸੁਸਾਇਟੀ ਦੇ ਵਿੱਚ ਕਰਨਾ ਚਾਹੀਦਾ, ਕੁਛ ਨਾ ਕੁਛ, ਹੈ ਨਾ। ਅਤੇ ਕੋਈ ਵੀ ਲੋਕਾਂ ਦੇ ਫਾਇਦੇ ਦੀ ਜਿਹੜੀ ਗੱਲ ਆ ਨਾ, ਉਹਦੇ ਲਈ ਸਾਨੂੰ ਫਾਈਟ ਕਰਨਾ ਚਾਹੀਦਾ। ਇਸ ਕਰਕੇ ਮੈਂ ਉਸ ਲਾਈਨ ਦੇ ਵਿੱਚ। ਅਤੇ ਦੂਸਰਾ ਇਹ ਸੀਗਾ, ਉਹਨਾਂ ਲਾਈਨਾਂ ਤੋਂ ਬਾਅਦ ਕੁਛ ਅਸੀਂ ਕਮਿਊਨਿਸਟ ਪਾਰਟੀ ਦੀਆਂ ਸਟੇਜਾਂ 'ਤੇ 1-2 ਡਰਾਮੇ ਦੇਖੇ। ਡਰਾਮਿਆਂ ਦੇ ਵਿੱਚ ਲੋਕਾਂ ਨੂੰ ਉਹ ਮੈਸੇਜ ਦੇ ਰਹੇ ਸੀਗੇ, ਲੋਕਾਂ ਦੀਆਂ ਪ੍ਰੋਬਲਮਸ ਦੱਸ ਰਹੇ ਸੀਗੇ ਅਤੇ ਉਹਨਾਂ ਨੂੰ ਕਿੱਦਾਂ ਫਾਈਟ ਕਰਨਾ ਆ, ਉਹ ਲੋਕਾਂ ਨੂੰ ਜਾਣੀ ਇੱਕ ਕਿਸਮ ਦਾ ਜਗਾਉਂਦੇ ਸੀਗੇ, ਹੈ ਨਾ, ਅਤੇ ਉਹਨਾਂ ਨੂੰ ਰਾਈਜ਼ ਅਪ ਕਰਦੇ ਸੀ। ਅਤੇ ਉਹਦੇ ਵਿੱਚ ਇਹ ਸੀਗਾ ਵੀ ਸਾਡੇ ਮਨਾਂ ਦੇ ਉੱਤੇ ਉਸ ਗੱਲ ਦਾ ਬੜਾ ਗਹਿਰਾ ਪ੍ਰਭਾਵ ਪਿਆ, ਅਸਰ ਪਿਆ ਉਹਦਾ ਚੰਗਾ, ਅਤੇ ਇਸ ਕਰਕੇ ਅਸੀਂ ਇੱਧਰ ਨੂੰ ਤੁਰੇ। ਕਮਿਊਨਿਸਟ ਪਾਰਟੀ ਇੰਡੀਆ ਵਿੱਚ ਵੱਡੀ ਸੀ? ਕਾਫੀ ਵੱਡੀ, ਕਿਉਂਕਿ ਆਜ਼ਾਦੀ ਦੀ ਮੂਵਮੈਂਟ ਵਿੱਚ ਬਹੁਤ ਤਗੜੀ ਫਾਈਟ ਕੀਤੀ ਆ ਕਮਿਊਨਿਸਟ ਪਾਰਟੀ ਨੇ ਇੰਡੀਆ ਦੇ ਵਿੱਚ। ਅਤੇ ਉਦੋਂ ਜ਼ਿਆਦਾਤਰ ਕਮਿਊਨਿਸਟ ਜਿਹੜੇ ਸੀ ਕਾਂਗਰਸ ਦੇ ਵਿੱਚ ਹੀ ਸੀ। ਕਾਂਗਰਸ ਵੱਖਰੇ ਵੱਖਰੇ ਗਰੁੱਪਾਂ ਦੀ ਇੱਕ ਸਾਂਝਾ ਜਾਣੀ ਪਲੇਟਫਾਰਮ ਸੀਗਾ ਜਿੱਥੋਂ ਆਜ਼ਾਦੀ ਦੀ ਮੂਵਮੈਂਟ ਲਈ ਫਾਈਟ ਕੀਤਾ ਜਾਂਦਾ ਸੀਗਾ। ਬਾਅਦ ਦੇ ਵਿੱਚ ਉਦੋਂ ਤੱਕ ਸਾਰਿਆਂ ਦੀ ਲਾਈਨ ਇੱਕ ਸੀਗੀ, ਕਿਉਂਕਿ ਇੰਡੀਪੈਂਡੈਂਸ ਹਾਸਲ ਕਰਨੀ ਆ। ਜਾਂ ਇੰਡੀਪੈਂਡੈਂਟ ਲੈ ਲਈ ਤਾਂ ਫੇਰ ਸੀਗਾ ਵੀ ਹੁਣ ਅਸੀਂ ਮੁਲਕ ਦੇ ਵਿੱਚ ਜਿਹੜੇ ਲੋਕਾਂ ਦੀਆਂ ਪ੍ਰੋਬਲਮਸ ਆ ਜਾਂ ਹੈਗਾ ਆ ਇਕਨੋਮਿਕਲੀ, ਆਰਥਿਕ ਤੌਰ 'ਤੇ ਕਿੱਦਾਂ ਮੁਲਕ ਨੂੰ ਗਾਂਹ ਲਿਜਾਣਾ ਹੈ। ਉਦੋਂ ਕਾਂਗਰਸ ਦੇ, ਕਿਉਂਕਿ ਕਾਂਗਰਸ ਜਿਹੜੀ ਸੀ ਇਹ ਰਿਪਰੈਜ਼ੈਂਟ ਕਰਦੀ ਸੀਗੀ ਉੱਥੇ ਦੀ ਬਿਗ ਮੋਨੋਪਲੀ, ਬਿਗ ਕੈਪੀਟਲਿਸਟ, ਬਿਗ ਫਿਊਡਲ ਜਿਹੜੇ ਸੀ ਉਹਨਾਂ ਦੀ। ਅਤੇ ਜਿਹੜੀ ਕਮਿਊਨਿਸਟ ਜਾਂ ਹੋਰ ਲੈਫਟ ਪਾਰਟੀਆਂ ਗਰੁੱਪ ਸੀਗੇ ਇਹ ਵਰਕਿੰਗ ਕਲਾਸ ਨੂੰ ਰਿਪਰੈਜ਼ੈਂਟ ਕਰਦੇ ਸੀਗੇ। ਇਸ ਕਰਕੇ ਫਿਰ ਇਹਨਾਂ ਦੀ ਆਜ਼ਾਦੀ ਤੱਕ ਤਾਂ ਇੱਕੋ ਹੀ ਲੜਾਈ ਸੀ ਇੰਗਲਿਸ਼ ਜਿਹੜਾ ਇੰਪਾਇਰ ਦੇ ਖਿਲਾਫ। ਬਾਅਦ ਦੇ ਵਿੱਚ ਇਹਨਾਂ ਦੇ 2 ਰਾਹ ਹੋ ਗਏ ਫਿਰ, ਹੈ ਨਾ। ਅਤੇ ਫਿਰ ਕਾਂਗਰਸ ਦੇ ਨਾਲ ਵੀ ਇਹਨਾਂ ਨੂੰ ਜਿਹੜੇ ਉੱਥੇ ਦੇ ਹਿੰਦੁਸਤਾਨ ਦੇ ਕਮਿਊਨਿਸਟ ਸੀਗੇ ਜਾਂ ਲੈਫਟ ਪਾਰਟੀਆਂ ਸੀਗੀਆਂ ਨਾ, ਕਾਂਗਰਸ ਦੇ ਨਾਲ ਵੀ ਇਹਨਾਂ ਨੂੰ ਟੱਕਰ ਉੱਦਾਂ ਹੀ ਲੈਣੀ ਪਈ ਜਿੱਦਾਂ ਅੰਗਰੇਜ਼ਾਂ ਦੇ ਖਿਲਾਫ ਲੈਂਦੇ ਸੀ। ਔਰ ਕਾਂਗਰਸ ਨੇ ਵੀ ਉਹ ਬੰਦੇ ਜੇਲ੍ਹਾਂ ਵਿੱਚ ਦਿੱਤੇ ਕਮਿਊਨਿਸਟਾਂ ਦੇ ਫੜ ਕੇ, ਜਿਨ੍ਹਾਂ ਨੇ ਅੱਗੇ 20-20 ਸਾਲ ਜੇਲ੍ਹਾਂ ਵੀ ਕੱਟ ਲਈਆਂ ਸੀਗੀਆਂ ਅੰਗਰੇਜ਼ਾਂ ਦੇ ਖਿਲਾਫ ਲੜਾਈ 'ਚ। ਉਹਨਾਂ ਨੂੰ ਫੜ ਕੇ ਕਾਂਗਰਸ ਨੇ ਜੇਲ੍ਹਾਂ 'ਚ ਫੇਰ ਦਿੱਤਾ। ਈਵਨ ਭਗਤ ਸਿੰਘ ਦਾ ਸਾਥੀ ਜਿਹੜਾ ਸੀ ਪੰਡਿਤ ਕਿਸ਼ੋਰੀ ਲਾਲ, ਇੱਥੇ ਵੀ ਇੰਗਲੈਂਡ 'ਚ ਆ ਗਿਆ ਉਹ, ਹਾਲੇ ਜੀਂਦਾ, ਉਹ ਥੋੜ੍ਹਾ ਚਿਰ ਹੋਇਆ ਮਰੇ ਨੂੰ।
ਉਹਨੂੰ ਵੀ ਨਹੀਂ ਜੇਲ੍ਹ 'ਚ ਦਿੱਤਾ ਕਾਂਗਰਸ ਨੇ। ਸੋ ਉਦੋਂ ਬਾਅਦ ਹੈ ਜਿਹੜੀ ਮੂਵਮੈਂਟ ਚੇਂਜ ਹੋਈ ਫਿਰ ਹੈਂ ਤੇ ਸੋ ਇਹ ਟਾਈਮ ਤੋਂ ਬਾਅਦ ਤੁਸੀਂ ਕਿੰਨਾ ਕੁ ਚਿਰ ਸੀ ਇੰਡੀਆ 'ਚ ਇੱਥੋਂ ਆਉਣ ਤੋਂ ਪਹਿਲਾਂ? ਨਾਲੇ ਮੈਂ 1963 ਦੇ ਵਿੱਚ ਆਇਆ, ਮਈ ਦੇ ਵਿੱਚ। ਪ੍ਰੈਪਰੇਸ਼ਨ ਕੀ ਸੀ ਇੰਡੀਆ 'ਚ ਹੋਇਆ ਇੱਥੇ ਆਉਣ ਲਈ? ਇੱਥੇ ਆਉਣ ਲਈ ਵੈਸੇ ਇੱਦਾਂ ਹੀ ਸੀ ਵੀ ਜਿੱਦਾਂ ਹਰੇਕ ਇਨਸਾਨ ਆਪਣੀ ਫਿਊਚਰ ਲਈ, ਬੈਟਰ ਲਾਈਫ ਲਈ ਸੋਚਦਾ ਆ, ਅਤੇ ਨਾਲ ਦੀ ਨਾਲ ਜੇ ਉਹ ਚੰਗਾ ਇਨਸਾਨ ਆ ਤਾਂ ਨਾਲ ਦੀ ਨਾਲ ਉਹ ਸੁਸਾਇਟੀ ਨੂੰ ਵੀ ਬੈਟਰ ਦੇਖਣਾ ਚਾਹੁੰਦਾ ਆ। ਸਾਡੇ ਵਿੱਚ ਇਹ ਦੋਏ ਗੱਲਾਂ ਸੀਗੀਆਂ। ਅਸੀਂ ਇੱਕ ਸੁਸਾਇਟੀ ਨੂੰ ਵੀ ਬੈਟਰ ਦੇਖਣ ਦਾ ਸੁਪਨਾ ਸੀਗਾ। ਇਸ ਕਰਕੇ ਅਸੀਂ ਉੱਥੇ ਮਤਲਬ ਜਿਹੜੀਆਂ ਪਾਰਟੀਆਂ ਜਾਂ ਗਰੁੱਪ ਲੋਕਾਂ ਦੇ ਫਾਇਦੇ ਲਈ ਲੜਦੀਆਂ ਸੀਗੀਆਂ, ਅਸੀਂ ਉਹਨਾਂ ਦੇ ਨਾਲ ਹਮੇਸ਼ਾ ਸਾਥ ਦਿੰਦੇ ਸੀਗੇ, ਰਾਈਟ। ਅਤੇ ਨਾਲ ਦੀ ਨਾਲ ਆਪਣਾ ਜਿਹੜਾ ਫਿਊਚਰ ਤੁਸੀਂ ਸੋਚਦੇ ਆ ਉਹਦੇ ਬਾਰੇ ਅਸੀਂ ਸੋਚਦੇ ਸੀ ਭਈ ਕੰਮਕਾਰ ਤਾਂ ਮਿਲਦਾ ਮੁਸ਼ਕਿਲ ਆ ਇੰਡੀਆ ਦੇ ਵਿੱਚ ਵੀ, ਉਦੋਂ ਵੀ ਐਡਾ ਨਹੀਂ ਸੀ ਕੰਮਕਾਰ, ਅਤੇ ਇਸ ਕਰਕੇ ਜਿੱਦਾਂ ਲੋਕ ਵੀ ਹੋਰ ਇੱਧਰ ਆਉਂਦੇ ਸੀਗੇ, ਅਸੀਂ ਵੀ ਮਾਈਂਡ ਬਣਾਇਆ ਵੀ ਬਾਹਰ ਚਲੋ ਜੇ ਜਾ ਸਕਦੇ ਹਾਂ ਤਾਂ। ਫਿਰ ਅਸੀਂ ਵੋਚਰ ਲਈ ਅਪਲਾਈ ਕੀਤਾ ਸੀ। ਉਦੋਂ ਵੋਚਰ ਇਸ਼ੂ ਕਰਦੀ ਸੀ ਇਹ ਗੌਰਮੈਂਟ, ਵਰਕ ਵੋਚਰ। ਉਹ ਅਸੀਂ ਵੋਚਰ ਜਿਹੜੇ ਸੀਗੇ ਉਹ ਲੈ ਕੇ ਤਾਂ ਫਿਰ ਇੱਥੇ ਆਏ 1963 'ਚ। ਕਿੰਨੇ ਜਿਹਨੇ ਲੋਕਾਂ ਨੂੰ ਤੁਹਾਨੂੰ ਇੰਡੀਆ ਵਿੱਚ ਜਿੱਦਾਂ ਗੁੱਡ ਬਾਏ ਕਹਿਣਾ ਪਿਆ? ਜ਼ਿਆਦਾ ਸੀ ਫੈਮਿਲੀ ਵਾਲੇ, ਜਿੱਦਾਂ ਤਾਏ ਤਾਈ, ਕਿੰਨੇ ਲੋਕਾਂ ਨੂੰ? ਮਤਲਬ ਬਹੁਤੇ ਸਾਡੀ ਫੈਮਿਲੀ ਦੇ ਬਹੁਤੇ ਬੰਦੇ ਤਾਂ ਹੈ ਨਾ ਸੀ, ਕਿਉਂਕਿ ਤੁਹਾਨੂੰ ਦੱਸਿਆ ਮਦਰ ਫਾਦਰ ਤਾਂ ਪਹਿਲਾਂ ਹੀ ਡੈਥ ਹੋ ਗਈ ਸੀ। ਵੈਸੇ ਹੋਰ ਯਾਰ ਦੋਸਤ ਸਾਰਿਆਂ ਨੂੰ ਬਾਈ ਤਾਂ ਕਹਿਣਾ ਪੈਂਦਾ, ਦੁਖੀ ਥੋੜ੍ਹਾ ਮਨ ਨੂੰ ਹੁੰਦਾ ਹੈ ਜਦ ਤੁਸੀਂ ਆਪਣਾ ਦੇਸ਼ ਛੱਡਦੇ ਆ। ਭਾਵੇਂ ਤੁਹਾਡੇ ਮਨ ਵਿੱਚ ਇੱਕ ਫਿਊਚਰ ਲਈ ਇਹ ਇੱਕ ਪਿਕਚਰ ਹੁੰਦੀ ਹੈ ਵੀ ਤੁਸੀਂ ਜਾਣਾ 5-7 ਸਾਲ ਕੰਮ ਕਰਨਾ ਆ ਜਾਣਾ, ਇਹ ਹਰੇਕ ਹੀ ਬੰਦਾ ਇਹ ਮਨ ਵਿੱਚ ਪਿਕਚਰ ਲੈ ਕੇ ਆਉਂਦਾ ਜਾਂਦਾ ਆ। ਪਰ ਉਹ ਹੌਲੀ ਹੌਲੀ ਇੱਥੇ ਇਹੋ ਜਿਹਾ ਫਸਦਾ ਜਾਂਦਾ ਵੀ ਉਹ ਤਾਂ 5 ਸਾਲ ਬਾਅਦ ਮੁੜਨਾ ਤਾਂ ਕੀ, ਮੈਂ 8 ਸਾਲ ਬਾਅਦ ਸਿਰਫ 2 ਹਫ਼ਤੇ ਲਈ ਜਾ ਸਕਿਆ ਸੀ ਹੈਂ। ਇੱਦਾਂ ਹੀ ਫਿਰ 5-6 ਸਾਲ ਬਾਅਦ 3 ਹਫ਼ਤੇ ਲਈ, ਉਦੋਂ 5-4 ਸਾਲ ਬਾਅਦ ਫਿਰ 3 ਹਫ਼ਤੇ ਲਈ, 4 ਹਫ਼ਤੇ, ਇੱਦਾਂ ਜਾਂਦੇ ਰਹੇ। ਫਿਰ ਗਾਹਾਂ ਬੱਚੇ ਜਿਹੜੇ ਤੁਹਾਡੇ ਡਿਵੈਲਪ ਹੁੰਦੇ ਆ, ਗਰੋ ਅਪ ਹੋਣ ਲੱਗ ਪੈਂਦੇ ਆ, ਉਹਨਾਂ ਦਾ ਕਾਲਜਾਂ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਜਿਹੜਾ ਸਿਸਟਮ ਆ, ਤੁਸੀਂ ਨਾ ਉਹਨਾਂ ਨੂੰ ਛੱਡ ਕੇ ਜਾ ਸਕਦੇ ਆ ਨਾ ਨਾਲ ਲਿਜਾ ਸਕਦੇ ਆ। ਜੇ ਜਾਓਗੇ ਵੀ ਤਾਂ ਇੱਧਰ ਜੋਬ ਦਾ ਵੀ ਤੁਹਾਨੂੰ ਹੈਗਾ ਡਰ, ਇਸ ਕਰਕੇ ਤੁਸੀਂ ਇਹੋ ਜਿਹੇ ਚੱਕਰ 'ਚ ਫਸ ਜਾਂਦੇ ਆ ਜਿਹੜਾ ਤੁਸੀਂ ਮੁੜ ਕੇ ਜਾ ਨਹੀਂ ਸਕਦੇ ਕਿਤੇ, ਹੈ ਨਾ। ਸੋ ਤੁਸੀਂ, ਤੇਰੇ ਐਕਸਪੈਕਟੇਸ਼ਨ ਕੀ ਸੀ ਇੱਥੇ ਦੇ? ਐਕਸਪੈਕਟੇਸ਼ਨ ਤਾਂ ਇਹੀ ਸੀਗੀ ਭਈ ਇੱਥੇ ਕੰਮ ਕਰਾਂਗੇ, 4 ਪੈਸੇ ਬਣਾਵਾਂਗੇ, ਬਣਾ ਕੇ ਤਾਂ ਆਪਣੇ ਜਿਹੜੀ ਘਰ ਦੀ ਆ ਆਪਣੀ ਹਾਲਤ ਸੁਧਾਰਾਂਗੇ ਪਿੱਛੇ ਜਾ ਕੇ। ਅਤੇ 100% ਇਹ ਨਹੀਂ ਸੀ ਮਾਈਂਡ ਵਿੱਚ ਵੀ ਅਸੀਂ ਆਵਾਂਗੇ ਤਾਂ ਇੱਥੇ ਸੈਟਲ ਹੋ ਕੇ ਨਾ ਪੂਰੀ ਤਰ੍ਹਾਂ ਇੱਥੇ ਰਹਿ ਜਾਵਾਂਗੇ, ਇਹ ਮਾਈਂਡ ਵਿੱਚ ਪੂਰਾ 100% ਨਹੀਂ ਸੀ ਇਹ। ਪਰ ਵੈਸੇ ਜਦੋਂ ਬੰਦਾ ਮੁਲਕ ਛੱਡ ਕੇ ਆਉਂਦਾ ਅਤੇ ਉਹਦੇ ਵਿੱਚ ਕਈ ਕਿਸਮ ਦੀਆਂ ਹੁੰਦੀਆਂ ਗੱਲਾਂ, ਆਹ ਵੀ ਹੋ ਸਕਦਾ ਉਹ ਵੀ ਹੋ ਸਕਦਾ, ਹਾਂ ਓਪਨ ਹੀ ਹੁੰਦਾ, ਓਪਨ ਮਾਈਂਡ। ਤੁਸੀਂ ਤੁਹਾਨੂੰ ਕੀ ਸਮਝ ਸੀ ਇਹ ਲੋਕਾਂ ਦੀ, ਜਿਹੜੇ ਬਲੈਕੀ ਲੋਕ ਹੋ ਗਏ, ਜਿਹਨੂੰ ਇਹਨਾਂ ਦੀ ਐਜੂਕੇਸ਼ਨ ਅੰਡਰਸਟੈਂਡਿੰਗ ਇਹਨਾਂ ਦੀ ਕੀ ਸੀ ਸਮਝ ਇੱਥੇ ਆਉਣ ਤੋਂ ਪਹਿਲਾਂ? ਸਾਡੀ ਅੰਡਰਸਟੈਂਡਿੰਗ ਇਹਨਾਂ ਬਾਰੇ ਇਹ ਸੀਗੀ ਕਿਉਂਕਿ ਅਸੀਂ ਪੇਪਰ ਪੜ੍ਹਦੇ ਸੀ ਉੱਥੇ ਵੀ, ਖਾਸ ਕਰ ਪਾਰਟੀ ਲਿਟਰੇਚਰ ਪੜ੍ਹਦੇ ਸੀ, ਕਿਉਂਕਿ ਪਾਰਟੀ ਇੱਥੇ ਦੀ ਵਰਕਿੰਗ ਕਲਾਸ ਦੇ ਹੱਕ ਵਿੱਚ ਆ, ਅਤੇ ਇੱਥੇ ਦਾ ਜਿਹੜਾ ਕੈਪੀਟਲਿਸਟ ਆ ਜਾਂ ਇੱਥੇ ਦਾ ਹੈਗਾ ਇੰਪੀਰੀਅਲਿਸਟ, ਉਹੀ ਵਰਡ ਨੂੰ ਮਾਰਕੀਟ ਬਣਾਉਂਦਾ, ਕਲੋਨੀਆਂ ਬਣਾਉਂਦਾ ਸੀ। ਉਹਦੇ ਅਸੀਂ ਪਹਿਲਾਂ ਤੋਂ ਅਸੀਂ ਉਹਦੇ ਖਿਲਾਫ ਸੀਗੇ ਇੰਡੀਆ 'ਚ ਆਉਣ ਤੋਂ ਪਹਿਲਾਂ, ਵੀ ਉੱਥੇ ਇੱਕ ਕਲਾਸ ਆ ਜਿਹੜੀ ਇੰਡੀਆ ਵਿੱਚ ਵੀ ਇੱਦਾਂ ਦੀ ਕਲਾਸ ਹੈਗੀ, ਪਰ ਇੱਥੇ ਜ਼ਿਆਦਾ ਖਤਰਨਾਕ ਕਲਾਸ ਹੈ ਜਿਹੜੀ ਵਰਲਡ ਲੈਵਲ 'ਤੇ ਕਲੋਨੀਅਲ ਸਿਸਟਮ ਕਾਇਮ ਕਰਦੀ ਆ, ਔਰ ਦੂਜੇ ਮੁਲਕਾਂ 'ਤੇ ਕਬਜ਼ੇ ਕਰਦੀ ਆ, ਉਹਨਾਂ ਦੇ ਧਨ ਦੌਲਤ ਨੂੰ ਐਕਸਪਲੋਇਟ ਕਰਦੀ ਆ। ਇਹ ਤਾਂ ਸਾਡੇ ਮਨ ਵਿੱਚ ਸੀਗਾ। ਅਤੇ ਇੱਥੇ ਦੀ ਵਰਕਿੰਗ ਕਲਾਸ ਬਾਰੇ ਵੀ ਸੀਗਾ ਵੀ ਵਰਕਿੰਗ ਕਲਾਸ ਵਿੱਚ ਰੇਸਿਜ਼ਮ ਹੈਗਾ ਆ, ਪਰ ਉੱਦਾਂ ਫਿਰ ਵੀ ਵਰਕਰ ਆ ਵਰਕਰ ਦੇ ਨੇੜੇ ਹੀ ਹੁੰਦਾ ਆ, ਇੱਦਾਂ ਦਾ ਮਾਈਂਡ ਸੀ ਪਹਿਲਾਂ ਹੀ। ਸੋ ਇੱਥੇ ਆ ਕੇ ਜਦੋਂ ਦੇਖਿਆ ਆ ਅਤੇ ਐਨ ਜੋ ਅਸੀਂ ਥਿੰਕ ਕਰਦੇ ਸੀ ਉਹੀ ਸੀਗਾ। ਇੱਥੇ ਦੀ ਵਰਕਿੰਗ ਕਲਾਸ ਦੇ ਵਿੱਚ ਰੇਸਿਜ਼ਮ ਵੀ ਸੀਗਾ ਕੰਮਾਂ 'ਤੇ ਵੀ, ਅਤੇ ਪਰ ਜਦ ਸਟਰਾਈਕ ਹੁੰਦੀ ਆ ਤਾਂ ਵਰਕਰ ਕਾਲੇ ਗੋਰੇ ਸਾਰੇ ਇਕੱਠੇ ਹੁੰਦੇ ਆ ਉਦੋਂ, ਰਾਈਟ।
ਕਿਉਂਕਿ ਉਹਨਾਂ ਦਾ ਸਾਰਿਆਂ ਦਾ ਜਿਹੜਾ ਇੰਟਰਸਟ ਆ ਉਹ ਇੱਕ ਆ ਹੈ ਨਾ। ਤੇ ਬਾਕੀ ਜਿਹੜਾ ਇੱਥੇ ਦਾ ਕੈਪੀਟਲਿਸਟ ਆ ਉਹਦੇ ਖਿਲਾਫ ਫਾਈਟ ਜਾਂ ਕਰਦੇ ਆ, ਕਾਲੇ ਗੋਰੇ ਇਕੱਠੇ ਹੋ ਕੇ ਕਰਦੇ ਆ। ਸੋ ਤੁਸੀਂ ਮੈਨੂੰ ਦੱਸੋ, ਤੁਸੀਂ ਡੇਟ ਕਿਹੜੀ ਸੀ ਜਦੋਂ ਤੁਸੀਂ ਇੱਥੇ ਆਏ, ਨਾਲ ਕਿੱਦਾਂ ਆਏ ਸੀ? ਮੈਂ ਮਈ ਦੇ ਵਿੱਚ ਆਇਆ ਸੀ, 23 ਮਈ 1963। ਮੈਂ 에ਅਰ ਫਰਾਂਸ ਦੇ ਰਾਹੀਂ ਆਇਆ ਸੀ ਦਿੱਲੀ ਤੋਂ, ਰਾਈਟ। ਤੇ 에ਅਰ ਫਰਾਂਸ ਜਿਹੜਾ ਆ ਕੇ ਪੈਰਿਸ ਦੇ ਵਿੱਚ ਚੇਂਜ ਹੋਇਆ ਸੀ, ਉੱਥੋਂ ਅਸੀਂ ਆਏ ਫਿਰ ਹੀਥਰੋ ਤੋਂ ਅਸੀਂ ਟੈਕਸੀ ਫੜ ਕੇ, ਮੇਰੇ ਨਾਲ ਇੱਕ ਹੋਰ ਮੁੰਡਾ ਸੀ, ਉਹਨਾਂ ਦਾ ਰਿਲੇਸ਼ਨ ਕੋਈ ਇੱਥੇ ਰਹਿੰਦਾ ਸੀ ਲੰਡਨ ਦਾ। ਹੁਣ ਮੈਨੂੰ ਏਰੀਏ ਦਾ ਨਹੀਂ ਪਤਾ ਵੀ ਕਿਹੜਾ ਏਰੀਆ ਸੀ। ਅਸੀਂ ਉੱਥੇ ਉਹਦੇ ਘਰ ਰਾਤ ਰਹੇ ਹਾਂ। ਦੂਏ ਦਿਨ ਉਹਨੇ ਕੰਮ 'ਤੇ ਜਾਣਾ ਸੀ, ਤਾਂ ਸਾਨੂੰ ਕਹਿੰਦਾ ਵੀ ਤੁਸੀਂ ਆਹ ਫੜੋ 5 ਪਾਉਂਡ, ਭਈ ਤੁਸੀਂ ਟ੍ਰੇਨ ਸ਼ਾਇਦ ਤੁਹਾਡੇ ਕੋਲ ਘੱਟ ਜਾਣ ਪੈਸੇ। ਅਸੀਂ 3 ਪਾਉਂਡ ਸਿਰਫ ਲੈ ਕੇ ਆਏ ਸੀ, 3 ਪਾਉਂਡ। ਉਹ ਕਹਿੰਦਾ ਵੀ ਸ਼ਾਇਦ ਤੁਹਾਡੇ ਘੱਟ ਜਾਣ, ਵੀ ਤੁਸੀਂ ਆਹ 5 ਪਾਉਂਡ ਲੈ ਲਓ। 5 ਪਾਉਂਡ ਬਹੁਤ ਸੀ ਉਦੋਂ। ਅਸੀਂ 5 ਪਾਉਂਡ ਲੈ ਤਾਂ ਅਸੀਂ ਜਾਣਾ ਸੀ ਬਰੈਡਫੋਰਡ ਨੂੰ। ਬਰੈਡਫੋਰਡ ਸਾਡੇ ਪਿੰਡ ਦੇ ਸਾਡੇ ਯਾਰ ਦੋਸਤ ਉੱਥੇ ਸੀ ਰਹਿੰਦੇ। ਅਸੀਂ ਜਾਂ ਬਰੈਡਫੋਰਡ ਦਾ ਟਿਕਟ ਪੁੱਛਿਆ ਚੇਅਰਿੰਗ ਕ੍ਰਾਸ ਸਟੇਸ਼ਨ ਤੋਂ, ਤਾਂ ਉਹ ਇੰਨਾ ਜ਼ਿਆਦਾ ਬਣੇ ਵੀ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਸੀ। ਜਿੱਦਾਂ ਵੀ ਸਾਡੇ ਕੋਲ ਸੀਗੇ 8 ਪਾਉਂਡ, 8-9 ਪਾਉਂਡ ਸੀ, ਉਹ 11 ਪਾਉਂਡ ਦੱਸਦੇ ਸੀ। ਅਸੀਂ ਕਿਹਾ ਛੱਡੋ, ਅਸੀਂ ਉੱਥੋਂ ਟੈਕਸੀ ਕਰ ਲਈ ਲੰਡਨ ਤੋਂ ਬਰੈਡਫੋਰਡ ਨੂੰ ਸਿੱਧੀ। ਹਾਂਜੀ, ਉਹ ਸਾਨੂੰ 6 ਘੰਟਿਆਂ 'ਚ ਲਗਿਆ ਉੱਥੇ, ਤੇ 20 ਪਾਉਂਡ ਲਏ ਸੀ ਉਦੋਂ ਸਾਤੋਂ ਟੈਕਸੀ ਦੇ। ਇੱਦਾਂ ਅਸੀਂ ਉੱਥੇ ਬਰੈਡਫੋਰਡ ਪਹੁੰਚੇ। ਤੇ ਤੁਸੀਂ ਪੈਸੇ ਕਿੱਦਾਂ ਦਿੱਤੇ ਦੂਜੇ ਪਾਸੇ ਪਿੰਡੂਆਂ ਨੇ? ਉਹ ਫਿਰ ਪਿੰਡੂਆਂ ਨੂੰ ਉਹਦੇ ਦੇ ਦਿੱਤੇ ਸੀ ਉੱਥੇ ਉਹਨਾਂ ਨੂੰ ਫਿਰ ਬਾਅਦ 'ਚ ਅਸੀਂ ਦਿੱਤੇ। ਇੱਦਾਂ ਸੀ। ਸੋ ਬਰੈਡਫੋਰਡ ਵਿੱਚ ਤੁਹਾਡਾ ਕੀ ਸੀ ਉੱਥੇ? ਸਾਡੇ ਪਿੰਡੂ ਜ਼ਿਆਦਾ ਰਹਿੰਦੇ ਸੀ, ਪਿੰਡ ਦੇ ਜਿਹੜੇ ਨਾ ਵਿਲੇਜ ਦੇ ਉੱਤੋਂ ਉਹ ਰਹਿੰਦੇ ਸੀ। ਉਹ ਆਪਣੇ ਯਾਰ ਦੋਸਤ ਸੀਗੇ ਉਹਨਾਂ ਦੇ ਵਿੱਚ ਕਾਫੀ। ਸੋ ਉੱਥੇ ਤੁਸੀਂ ਕਿੰਨਾ ਚਿਰ ਰਹੇ? ਉੱਥੇ ਮੈਂ ਰਿਹਾ, ਮੈਂ ਮਈ ਦੇ ਵਿੱਚ ਅਸੀਂ ਆਏ ਹਾਂ, ਅਤੇ ਜਿਹੜੀਆਂ ਵੱਡੀਆਂ ਛੁੱਟੀਆਂ ਹੁੰਦੀਆਂ ਜੁਲਾਈ ਦੇ ਵਿੱਚ ਹੋਣੀਆਂ, ਇਹਨਾਂ ਛੁੱਟੀਆਂ ਨੂੰ ਮੈਂ ਉੱਥੋਂ ਅਸੀਂ ਸਾਊਥਹੈਂਪਟਨ ਨੂੰ ਚਲੇ ਗਏ ਕਿਸੇ ਨੂੰ ਮਿਲਣ, 3-4 ਜਣੇ। ਉੱਥੇ ਅਸੀਂ ਘੁੰਮਦੇ ਰਹੇ ਹਾਂ 1-2 ਦਿਨ ਸਾਊਥਹੈਂਪਟਨ। ਫਿਰ ਅਸੀਂ ਬਰਮਿੰਘਮ ਆ ਕੇ ਰਹੇ ਹਾਂ 2 ਕੁ ਦਿਨ। ਫਿਰ ਵੁਲਹੈਂਪਟਨ ਮੇਰਾ ਇੱਕ ਦੋਸਤ ਬਹੁਤ ਸੀਗਾ ਖਾਸ, ਉਹਦੀ ਡੈਥ ਹੋ ਗਈ ਇੱਥੇ ਹੀ। ਅਤੇ ਉਹਦੇ ਕੋਲ ਉਹਨੇ ਫਿਰ ਮੈਨੂੰ ਜਾਣ ਨਹੀਂ ਦਿੱਤਾ। ਉਹ ਕਹਿੰਦਾ ਵੀ ਤੂੰ ਇੱਥੇ ਰਹਿ ਮੇਰੇ ਕੋਲ। ਉਹ ਵੀ ਸਾਡੇ ਪਿੰਡ ਤੋਂ ਹੀ ਸੀਗਾ, ਉਹਦਾ ਨਾਂ ਸੀ ਤਾਰੀ। ਸੋ ਕਿੰਨਾ ਤੁਸੀਂ ਬਰੈਡਫੋਰਡ ਆ ਕੇ ਫਿਰ ਬਰੈਡਫੋਰਡ ਥੋੜ੍ਹਾ ਚਿਰ ਰਹੇ, ਫਿਰ ਸਾਊਥਹੈਂਪਟਨ 2-3 ਦਿਨ, ਫਿਰ ਬਰਮਿੰਘਮ, ਬਸ। ਫਿਰ ਕਿੰਨਾ ਕੁ ਚਿਰ ਸੀ ਵੁਲਹੈਂਪਟਨ ਆਉਣ ਤੋਂ ਪਹਿਲਾਂ? ਉਹੀ ਦੇਖ ਲਾ ਵੀ ਮਈ ਦੇ ਵਿੱਚ ਆਏ ਹਾਂ, ਜੂਨ ਜੁਲਾਈ, ਮਤਲਬ 10 ਕੁ ਵੀਕਾਂ ਹੀ ਰਹੇ ਅਸੀਂ ਬਰੈਡਫੋਰਡ। ਉਦੋਂ ਬਾਅਦ ਫਿਰ ਇੱਥੇ ਆ ਗਏ ਹਾਂ ਸਾਊਥਹੈਂਪਟਨ ਦੇ ਬਰਮਿੰਘਮ ਦੇ ਵਿੱਚ ਹੀ ਘੁੰਮ ਕੇ। ਇੱਥੋਂ ਨਹੀਂ ਫਿਰ ਮੈਂ ਗਿਆ, ਫਿਰ ਇੱਥੇ ਹੀ ਸੈਟਲ ਹੋ ਗਏ। ਬਰੈਡਫੋਰਡ ਹੈਗੇ ਸੀ ਉੱਥੇ ਕਿੱਦਾਂ ਦੇ ਲੋਕ ਸੀ ਤੁਹਾਡੇ? ਆਪਣੇ ਵਰਕਰ ਹੀ ਸੀ, ਉਹ ਵੀ ਆਪਣੇ ਪਿੰਡ ਦੇ ਆ ਕੇ ਉੱਥੇ ਰਹਿੰਦੇ ਸੀਗੇ। ਪਰ ਉੱਥੇ ਜ਼ਿਆਦਾ ਗੋਰੇ ਸੀ, ਜ਼ਿਆਦਾ ਕਾਲੇ, ਜ਼ਿਆਦਾ ਕੀ? ਕਾਲੇ ਘੱਟ ਸੀਗੇ, ਗੋਰੇ ਤਾਂ ਸੀਗੇ ਹੀ। ਆਪਣੇ ਇੰਡੀਅਨ ਵੀ ਉੱਥੇ ਕਾਫੀ ਸੀਗੇ, ਪਾਕਿਸਤਾਨੀ ਜ਼ਿਆਦਾ ਸੀ। ਪਾਕਿਸਤਾਨੀ ਵੀ ਸੀਗੇ, ਇੰਡੀਅਨ ਪਾਕਿਸਤਾਨੀ ਸਮਝ ਲਓ ਇਕੁਅਲ ਹੋਣਗੇ। ਤੇ ਕਾਲੇ ਬਹੁਤ ਘੱਟ ਸੀ, ਆਪਣੇ ਦੂਏ ਜਿਹੜੇ ਜਮੈਕਨ ਜਾਂ ਹੋਰ ਬਹੁਤ ਘੱਟ ਸੀ। ਤੁਸੀਂ ਕੋਈ ਦੇਖਿਆ ਨਾ ਸੀ ਉੱਥੇ। ਫਿਰ ਤੁਸੀਂ ਜਦੋਂ ਵੁਲਹੈਂਪਟਨ ਆਏ ਉਦੋਂ ਇੱਥੇ ਕਿੱਦਾਂ ਦਾ ਸੀ ਫਰਕ? ਇੱਥੇ ਜਿਹੜੇ ਜਮੈਕਨ ਸੀ, ਇੱਥੇ ਕਾਫੀ ਵੈਸਟ ਇੰਡੀਅਨ ਜਿਹੜੇ ਸੀ ਨਾ, ਇੱਥੇ ਕਾਫੀ ਅਸੀਂ ਦੇਖੇ ਆ ਕੇ ਉਦੋਂ। ਅਤੇ ਇੰਡੀਅਨ ਵੀ ਇੱਥੇ ਬਹੁਤ ਜ਼ਿਆਦਾ ਨਹੀਂ ਸੀ, ਪਰ ਸੀਗੇ ਕਾਫੀ, ਹੈ ਨਾ। ਅਤੇ ਉਦੋਂ ਲੋਕ ਗਰੁੱਪਾਂ ਜਿਹਾਂ 'ਚ ਰਹਿੰਦੇ ਸੀ। ਸੋ ਤੁਸੀਂ ਇੱਥੇ ਕਿੱਥੇ ਆ ਕੇ ਸੈਟਲ ਹੋਏ? ਇੱਥੇ ਦਾ ਤੁਹਾਡਾ ਇੱਕ ਦੋਸਤ ਸੀ, ਤੁਸੀਂ ਕਿਹਾ? ਹਾਂ, ਤਾਰੀ ਸੀ, ਤਾਰੀ। ਸੋ ਤੁਸੀਂ ਤੁਹਾਨੂੰ ਇੱਥੇ ਜਿੱਦਾਂ ਸੈਟਲ ਕਰਵਾਇਆ ਕੀ? ਉਹਨੇ ਮੈਂ ਪਹਿਲਾਂ ਤਾਂ ਅਸੀਂ ਰਹੇ ਹਾਂ, ਇੱਕ ਆਸਟ੍ਰੇਲੀਅਨ ਪੱਬ ਹੁੰਦਾ ਸੀ, ਸ਼ਾਇਦ ਤੁਸੀਂ ਸੁਣਿਆ ਹੋਊਗਾ, ਜਿੱਥੋਂ ਡੰਸਟਲ ਰੋਡ ਅਤੇ ਸਟੈਵਲੇ ਰੋਡ ਦੇ ਕਾਰਨਰ ਦੇ ਉੱਤੇ ਹੁੰਦਾ ਸੀ, ਜਿੱਥੇ ਨਿੱਕਾ ਜਿਹਾ ਰਾਊਂਡ ਅਬਾਊਟ ਬਣਿਆ ਇੱਥੇ ਹੁੰਦਾ ਆਸਟ੍ਰੇਲੀਅਨ ਪੱਬ। ਉਹਦੇ ਨਾਲ ਦਾ ਘਰ ਸੀਗਾ ਜਿੱਥੇ ਅਸੀਂ ਪਹਿਲਾਂ ਆਏ ਹਾਂ ਇਸ ਟਾਊਨ 'ਚ।
ਉੱਥੇ ਫਿਰ ਰਹਿੰਦੇ ਸੀਗੇ 3-4 ਮੁੰਡੇ, ਉਹਨਾਂ ਵਿੱਚੋਂ ਇੱਕ ਨੇ ਜੈਮਸਨ ਸਟਰੀਟ ਵਿੱਚ ਘਰ ਲੈ ਲਿਆ, 63 ਜੇਮਸਨ ਸਟਰੀਟ। ਉਹ ਫਿਰ 63 ਜੇਮਸਨ ਸਟਰੀਟ ਵਿੱਚ ਅਸੀਂ ਸਾਰੇ ਉੱਥੋਂ ਮੂਵ ਹੋ ਗਏ। ਇੰਡੀਅਨ ਸੀ ਮੁੰਡਾ? ਇੰਡੀਅਨ ਹੀ ਸੀ ਹੈਂ। ਉੱਥੇ ਅਸੀਂ ਮੂਵ ਹੋ ਗਏ। ਉੱਥੋਂ ਉਹ ਮੁੰਡੇ ਦੀ ਛੇਤੀ ਬਾਅਦ ਡੈਥ ਹੋ ਜਾਂਦੀ ਉਦੋਂ, ਜਿਹੜਾ ਤਾਰੀ ਸੀਗਾ। ਕਿੱਦਾਂ ਹੋਈ? ਉਹਨੂੰ ਸ਼ਰਾਬ ਪੀਣ ਦੀ ਜ਼ਿਆਦਾ ਆਦਤ ਸੀਗੀ। ਉਦੋਂ ਕੋਈ ਲੋਕ ਸ਼ਰਾਬ ਬਹੁਤੇ ਕਈ ਜ਼ਿਆਦਾ ਪੀਂਦੇ ਸੀ। ਉਹ ਬੈਂਸਫੀਲਡ ਦੂਆ ਸੀਗੀ ਇੱਕ ਫਾਊਂਡਰੀ CB ਸਮਿਥ, ਉਹਦੇ ਵਿੱਚ ਕੰਮ ਕਰਦਾ ਸੀ ਉਹ। ਅਤੇ ਦੁਪਹਿਰ ਨੂੰ ਉਹ ਕਿਤੇ ਯਾਰਾਂ ਦੋਸਤਾਂ ਦੇ ਨਾਲ ਦੁਪਹਿਰ ਨੂੰ ਪਹਿਲਾਂ ਗਲਾਸ ਪੀਤੇ, ਫਿਰ ਉਹਨੇ ਰਾਤ ਨੂੰ ਬੈਂਸਫੀਲਡ ਦੇ ਮੁੰਡੇ ਉਹਦੇ ਨਾਲ ਕੰਮ ਕਰਦੇ ਸੀ, ਉਹਨਾਂ ਕੋਲੇ ਉਹ ਠਹਿਰ ਗਿਆ ਰਾਤ ਨੂੰ। ਉੱਥੇ ਉਹਨੇ ਕਿਤੇ ਜ਼ਿਆਦਾ ਪਲਾਤੀ ਤਾਂ ਉਹ ਆਮ ਤੌਰ 'ਤੇ ਸਮਝ ਲੈਂਦੇ ਸੀ ਵੀ ਸ਼ਰਾਬੀ ਆ, ਕੋਈ ਫਰਕ ਨਹੀਂ। ਉਹ ਕਿਤੇ ਪੌੜੀਆਂ ਉਤਰਨ ਲੱਗਾ, ਪੱਬ 'ਚੋਂ ਡਿੱਗ ਪਿਆ ਥੱਲੇ, ਡਿੱਗ ਕੇ ਉਹਦਾ ਸਿਰ ਲੱਗਾ ਥੱਲੇ ਫੁੱਟਪਾਥ ਦੇ ਉੱਤੇ। ਨਾ ਉਹਨੂੰ ਸੁਰਤ ਸੀ ਨਾ ਨਾਲ ਦਿਆਂ ਨੂੰ, ਲਿਜਾ ਕੇ ਉੱਦਾਂ ਹੀ ਪਾਤਾ। ਹਾਰਟ ਰੋਡ 'ਤੇ ਇੱਕ ਘਰ ਆ, ਉੱਥੇ ਹਾਰਟ ਰੋਡ ਆ। ਉਹ ਬਸ ਸਵੇਰ ਨੂੰ ਸਾਨੂੰ ਇਹੀ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ। ਅੰਦਰੇ ਉਹਦੇ ਖੂਨ ਪੈਂਦਾ ਰਿਹਾ, ਜਿਹੜਾ ਬਲੱਡ, ਇੱਦਾਂ ਉਹਦੀ ਡੈਥ ਹੋਈ ਸੀ। ਸਰ ਤੁਸੀਂ ਕੰਮ ਕਰਨਾ ਕਿੱਦਾਂ ਲੱਭਿਆ? ਕੰਮ ਔਖਾ ਲੱਭਾ ਜਾਂ ਇੱਥੇ ਸੌਖਾ? ਨਹੀਂ, ਕੰਮ ਉਦੋਂ ਪਹਿਲਾਂ ਤਾਂ ਮੈਨੂੰ CB ਸਮਿਥ ਵਿੱਚ ਉਹਨੇ ਲਵਾਇਆ ਸੀ। CB ਸਮਿਥ ਦੇ ਵਿੱਚ ਮੇਰੇ ਜਿੱਦਾਂ ਉੱਚੇ ਨੀਵੇਂ ਥਾਂ ਬਕਸਾ ਚੱਕਣ ਨਾਲ ਨਾ ਮੇਰੇ ਡਿਸਕ ਸਲਿੱਪ ਹੋ ਗਈ ਮਾੜੀ ਜਿਹੀ, ਉਹਦੇ ਨਾਲ ਮੈਨੂੰ ਤੁਰਨਾ ਵੀ ਔਖਾ ਹੋ ਗਿਆ ਅਤੇ ਕੰਮ ਤਾਂ ਕੀ ਕਰਨਾ ਸੀ। ਕਿੱਥੇ ਹੋਈ ਸੀ? ਆਹ ਡਿਸਕ ਸਲਿੱਪ ਜਿਹੜੀ ਰਾਈਟ ਦੀ, ਹਾਂ ਨੀਵੇਂ ਥੋੜ੍ਹੀ ਹੋਈ ਸੀ। ਉਹ ਮੈਂ ਹੌਸਪੀਟਲ ਵੀ ਰਿਹਾ ਫਿਰ ਹਫ਼ਤਾ ਕੁ, ਹੈ ਨਾ। ਅਤੇ ਉਦੋਂ ਬਾਅਦ ਮੈਂ ਫਿਰ ਕੰਮ 'ਤੇ ਨਹੀਂ ਕਿਤੇ ਲੱਗਿਆ, ਕਿਉਂਕਿ ਮੈਂ ਤੁਰਨਾ ਵੀ ਥੋੜ੍ਹਾ ਔਖਾ ਹੋਇਆ ਸੀ ਮੈਨੂੰ। ਫਿਰ ਹੌਲੀ ਹੌਲੀ ਠੀਕ ਹੋ ਗਈ। ਫਿਰ ਮੈਂ ਗੁੜਜੀਰ 'ਚ ਲੱਗ ਗਿਆ ਨਾ। ਗੁੜਜੀਰ 'ਚ ਲੱਗਣ ਤੋਂ ਪਹਿਲਾਂ ਬ੍ਰਿਟਿਸ਼ ਸਟੀਲ ਬਿਲਸਟਨ, ਉੱਥੇ ਵੀ ਸੁਕਾਲਾ ਕੰਮ ਸੀ, ਪੈਸੇ ਤਾਂ ਥੋੜ੍ਹੇ ਸੀ। ਉੱਥੇ ਅਸੀਂ ਲੱਗ ਗਏ। ਉੱਥੇ ਮੈਂ ਕੀਤਾ 10-11 ਮਹੀਨੇ ਕੰਮ, ਰਾਈਟ। ਉੱਥੇ ਨਾਲੇ ਤਾਂ ਮੇਰੀ ਉਹ ਡਿਸਕ ਸਲਿੱਪ ਜਿਹੜੀ ਹੋਈ ਸੀ ਉਹ ਹੌਲੀ ਹੌਲੀ ਤੁਰਨ ਫਿਰਨਾ ਠੀਕ ਹੋ ਗਈ। ਉਦੋਂ ਬਾਅਦ ਮੈਂ ਗੁੜਜੀਰ ਦੇ ਵਿੱਚ ਲੱਗਾ 64 ਦੇ ਵਿੱਚ, ਅਕਤੂਬਰ 1964 'ਚ। ਤੁਸੀਂ ਇਹ ਕੰਟਰੀ ਵਿੱਚ ਆ ਕੇ ਹੁਣ ਜਿੱਦਾਂ ਤੁਸੀਂ ਤੇਰੇ ਪੋਲੀਟੀਕਲ ਵਿਊਜ਼ ਤੁਸੀਂ ਕਿਤੇ ਐਕਸਰਸਾਈਜ਼ ਕਰ ਹੋਏ ਤੁਹਾਤੋਂ? ਕਿਤੇ ਜਦੋਂ ਅਸੀਂ ਇੰਡੀਆ 'ਚੋਂ ਆਏ ਹਾਂ ਇੱਥੇ ਅਸੀਂ ਦੇਖਿਆ ਵੀ ਇੱਥੇ ਇੱਕ ਆਰਗੇਨਾਈਜੇਸ਼ਨ ਸੀਗੀ ਇੰਡੀਅਨ ਵਰਕਰਸ ਐਸੋਸੀਏਸ਼ਨ। ਅਸੀਂ ਉਹਨਾਂ ਦੇ ਨਾਲ ਸੰਪਰਕ ਕੀਤਾ। ਕੁਝ ਸਾਡੇ ਜਾਣ ਪਛਾਣ ਵਾਲੇ ਵੀ ਉਹਨਾਂ ਦੇ ਵਿੱਚ ਕੰਮ ਕਰਦੇ ਸੀਗੇ ਜਿਹੜੇ ਇੰਡੀਆ ਤੋਂ ਆਏ ਹੋਏ ਸੀਗੇ। ਅਤੇ ਉਹਨਾਂ ਦੇ ਨਾਲ ਰਲ ਕੇ ਅਸੀਂ 1967 ਦੇ ਵਿੱਚ ਮੈਂਬਰਸ਼ਿਪ ਕੀਤੀ ਇੱਥੇ। ਉਦੋਂ 650 ਮੈਂਬਰਸ਼ਿਪ ਅਸੀਂ ਬਣਾਈ ਸੀ। 50 ਪੈਂਸ ਮੈਂਬਰਸ਼ਿਪ ਦੀ ਫੀਸ ਸੀਗੀ ਮੈਂਬਰ ਦੀ, ਇੱਕ ਮੈਂਬਰ ਦੀ। ਅਸੀਂ 650 ਮੈਂਬਰ ਬਣਾਏ ਸੀ ਉਦੋਂ ਉਹਨਾਂ ਦਿਨਾਂ 'ਚ। ਨਾਲੇ ਥੋੜ੍ਹੀ ਪਾਪੂਲੇਸ਼ਨ ਸੀ। ਬੁਲਹਾਮਪਟਨ ਇਕੱਲੇ 'ਚ 650, ਮੇਰੇ ਕੋਲ ਰਿਕਾਰਡ ਹੈਗਾ ਹਾਲੇ ਵੀ ਉਹਦਾ। ਅਤੇ ਉਹਦੇ ਰਾਹੀਂ ਫਿਰ ਅਸੀਂ ਐਕਟੀਵਿਟੀ ਜਿਹੜੀ ਆ ਚੱਲਦੀ ਰਹੀ ਆ ਕਾਫੀ। ਫਿਰ IWJ ਦੇ ਵਿੱਚ ਸਪਲਿਟ ਪੈਦਾ ਹੋ ਗਏ ਇੱਥੇ। ਸਪਲਿਟ ਹੋਣ ਦੇ ਨਾਲ 2 IWJ ਬਣ ਗਈਆਂ। ਫਿਰ ਇੱਕ IWJ 'ਚ ਅਸੀਂ ਕੰਮ ਕਰਦੇ ਸੀ, ਦੂਈ ਦੇ ਵਿੱਚ ਹੋਰ ਸੀਗੇ ਬੰਦੇ। ਸਪਲਿਟ ਕਾਹਦਾ ਹੋਇਆ ਸੀ? ਸਪਲਿਟ ਇੱਦਾਂ ਹੋ ਗਿਆ ਵੀ ਪੋਲੀਟੀਕਲ ਇੰਡੀਆ ਦੇ ਵਿੱਚ ਵੀ ਡਿਫਰੈਂਸਿਸ ਪੈਦਾ ਹੋ ਗਿਆ ਸੀ। ਜਦੋਂ ਇੰਡੀਆ ਦੇ ਵਿੱਚ ਮੂਵਮੈਂਟ ਚੱਲੀ ਨਾ, ਇੱਕ ਨੈਕਸਲਾਈਟ ਮੂਵਮੈਂਟ ਇੰਡੀਆ 'ਚ, ਐਕਸਟ੍ਰੀਮ ਲੈਫਟ ਸੀ। ਇੱਕ ਸੈਕਸ਼ਨ ਜਿਹੜਾ ਸੀ IWJ ਦਾ ਨਾ, ਉਹ ਉਸ ਸਪੋਰਟ ਕਰਨ ਲੱਗ ਪਿਆ ਐਕਸਟ੍ਰੀਮ ਲੈਫਟ ਨੂੰ। ਅਸੀਂ ਉਸ ਸੈਕਸ਼ਨ ਦੇ ਖਿਲਾਫ ਜਿਹੜੀ ਰੀਅਲ ਮੂਵਮੈਂਟ ਸੀਗੀ ਚੱਲ ਰਹੀ ਸਾਰੇ ਇੰਡੀਆ ਦੇ ਵਿੱਚ, ਅਸੀਂ ਉਹਨੂੰ ਸਪੋਰਟ ਕਰਦੇ ਸੀ। CPI ਜਿਹੜੀ ਸੀ ਨਾ ਉਦੋਂ ਯੂਨਾਈਟਿਡ ਕਮਿਊਨਿਸਟ ਪਾਰਟੀ ਸੀਗੀ, ਹੈ ਨਾ। ਉਦੋਂ ਬਾਅਦ ਉਹ ਸਪਲਿਟ ਹੋ ਗਈ ਪਾਰਟੀ, ਹੈ ਨਾ। ਇੰਟਰਨੈਸ਼ਨਲ ਜਿੱਦਾਂ ਪੋਲੀਟੀਕਲ ਜੋ ਕੁਛ ਵੀ ਹੋਇਆ ਉਹਦੇ ਮੁਤਾਬਕ ਸਪਲਿਟ ਹੋਈ। ਅਤੇ CPM ਦੇ ਵਿੱਚੋਂ ਨੈਕਸਲਾਈਟ ਨਿਕਲੇ ਸੀ। ਨੈਕਸਲੀਆਂ ਨੂੰ ਉਹ ਗਰੁੱਪ ਸਪੋਰਟ ਕਰਦਾ ਸੀ ਇੱਥੇ ਦਾ IWJ ਦਾ। ਇਸ ਕਰਕੇ ਅਸੀਂ ਇਹਨਾਂ ਨਾਲ ਵੱਖ ਹੋ ਗਏ। ਅਤੇ ਇੱਥੇ ਫਿਰ 2 IWJ ਵੀ ਰਹੀਆਂ ਕੁਛ ਸਮਾਂ।
ਪਰ ਸਾਡੀ IWJ ਨੇ ਜਾਣੀ ਹਰ ਖੇਤਰ ਦੇ ਵਿੱਚ ਕੰਮ ਕੀਤਾ, ਰੇਸਿਜ਼ਮ ਦੇ ਖਿਲਾਫ ਹੈ। ਫੈਕਟਰੀਆਂ ਦੇ ਵਿੱਚ ਜਿੱਦਾਂ ਸਟਰਾਈਕਾਂ ਵੀ ਹੋਈਆਂ ਉਹਨਾਂ ਦੀ ਵੀ ਸਪੋਰਟ ਕੀਤੀ ਆ, ਯੂਨੀਅਨ ਬਣਾਉਣ 'ਚ ਵੀ ਹੈਲਪ ਕੀਤੀ ਹੈ ਨਾ, ਤੇ ਇੱਥੇ ਹਰ ਤਰ੍ਹਾਂ ਦਾ ਜਾਣੀ ਅਸੀਂ ਕੰਮ ਕੀਤਾ। ਤੁਹਾਨੂੰ ਲੈਂਗੁਏਜ ਦਾ ਇੱਥੇ ਕੋਈ ਪ੍ਰੋਬਲਮ ਸੀ ਆਉਣ 'ਚ ਜਦੋਂ ਆਏ ਇੱਥੇ ਕੰਮ ਕਰਨਾ? ਇੰਗਲਿਸ਼ ਥੋੜ੍ਹਾ ਬਹੁਤ ਹੁੰਦਾ ਹੀ ਆ, ਫਰਕ ਤਾਂ ਹੁੰਦਾ ਹੀ ਆ। ਲੈਂਗੁਏਜ ਦਾ ਕਾਫੀ ਸੀਗੀ ਉਦੋਂ ਬਹੁਤ, ਸਾਨੂੰ ਗੱਲ ਹੀ ਨਹੀਂ ਸਮਝ ਆਉਂਦੀ ਹੁੰਦੀ, ਇਹਨੇ ਗੋਰਿਆਂ ਦੀ ਥੋੜ੍ਹੀ ਕੀਤੀ, ਕਾਫੀ ਫਰਕ ਸੀ। ਓਕੇ, ਤੁਸੀਂ ਹੁਣ ਜਿੱਦਾਂ ਮੈਨੂੰ ਅਸੀਂ ਗੱਲਾਂ ਕਰ ਹਟੇ ਕੰਮ ਬਾਰੇ, ਥੋੜ੍ਹਾ ਜਿਹਾ ਪੋਲੀਟਿਕਸ ਬਾਰੇ, ਹੋਰ ਕੀ ਸੀ ਇੱਥੇ ਹੁੰਦਾ, ਹੋਰ ਕੀ ਕਰਨਾ ਪੈਂਦਾ ਤੁਹਾਨੂੰ ਓਪਰੇ ਮੁਲਕ ਵਿੱਚ ਸੈਟਲ ਹੋਣ ਦੇ ਵਿੱਚ? ਵੱਡੀ ਪ੍ਰੋਬਲਮ ਤਾਂ ਇੱਥੇ ਕੰਮ ਦੀ ਹੁੰਦੀ ਆ, ਹੈ ਨਾ। ਜੇ ਤੁਹਾਨੂੰ ਕੰਮ ਮਿਲ ਜਾਂਦਾ ਆ ਤੇ ਫਿਰ ਦੂਸਰਾ ਹੁੰਦਾ ਰੇਸਿਜ਼ਮ, ਜਿਹੜਾ ਉਹ ਤੁਹਾਡੀ ਮਾਨਸਿਕ ਤੌਰ 'ਤੇ ਤੁਹਾਨੂੰ ਅਪਸੈਟ ਕਰਦਾ ਆ, ਹੈ ਨਾ, ਤੁਹਾਡੇ ਮਾਈਂਡ ਨੂੰ। ਅਤੇ ਰੇਸਿਜ਼ਮ ਉਹ ਸੀਗਾ, ਹਰ ਥਾਂ ਹੀ ਸੀਗਾ। ਪੱਬਾਂ ਦੇ ਵਿੱਚ ਕਈਆਂ ਥਾਈਂ ਗਲਾਸ ਪੀਣ ਜਾਓ ਤਾਂ ਕਈਆਂ ਤਾਂ ਇੱਦਾਂ ਦੂਰੋਂ ਹੱਥ ਫੇਰ ਦੇਣਾ ਪਈ ਜਾਓ, ਹੈ ਨਾ। ਅਤੇ ਕਈਆਂ ਨੇ ਗਲਾਸ ਵੱਖਰੇ ਵੱਖਰੇ ਰੱਖੇ ਹੁੰਦੇ ਸੀ ਪੱਬਾਂ ਵਿੱਚ, ਹੈ ਨਾ। ਅਤੇ ਉਹ ਸਾਡੇ ਬੰਦਿਆਂ ਨੂੰ ਗਲਾਸ ਉਹ ਕੁੰਡੇ ਵਾਲੇ ਦੇਣੇ, ਇੱਦਾਂ ਹੈਂਡਲ ਵਾਲੇ, ਦੂਜਿਆਂ ਨੂੰ ਦੂਏ ਗਲਾਸ, ਯਾਨੀ ਥੋੜ੍ਹਾ ਜਿਹਾ ਡਿਫਰੈਂਸ਼ੀਏਟ ਕਰਨਾ। ਸੋ ਇੱਦਾਂ ਦੇ ਖਿਲਾਫ ਵੀ ਅਸੀਂ ਪੱਬਾਂ ਦਾ ਵੀ ਬਾਈਕਾਟ ਵੀ ਕੀਤੇ ਆ, ਪਿਕਟਿੰਗਾਂ ਵੀ ਕੀਤੀਆਂ ਉਹਨਾਂ ਦਿਨਾਂ 'ਚ। ਸਭ ਕੁਛ ਇੱਦਾਂ ਚੱਲਦਾ ਰਿਹਾ। ਉਦੋਂ ਸਾਰੇ ਕਦੋਂ ਮਾਰੇ ਸੀ ਪੱਬ? ਉਦੋਂ ਚੰਗੇ ਵੀ ਹੁੰਦੇ ਸੀ ਜਿਹੜੇ ਪੱਬ ਜਿੱਥੇ ਜਿੱਦਾਂ ਇੱਦਾਂ ਦਾ ਕੁਛ ਨਹੀਂ ਹੁੰਦਾ ਸੀ? ਆਹੋ, ਇੱਦਾਂ ਵੀ ਸੀਗੇ, ਚੰਗੇ ਵੀ ਸੀਗੇ। ਤੁਸੀਂ ਹੁਣ ਵਿਆਹੇ ਹੋ, ਤੁਸੀਂ ਆਪਣੀ ਵਾਈਫ ਨੂੰ ਕਿੱਦਾਂ ਟੱਕਰੇ, ਤੁਸੀਂ ਦੱਸ ਸਕਦੇ ਸਾਨੂੰ ਨਾਲ ਫੈਮਿਲੀ ਦਾ ਥੋੜ੍ਹਾ? ਇਹ ਮੇਰੇ ਮੈਰਿਜ ਤਾਂ ਮੇਰੀ ਇੰਡੀਆ 'ਚ ਹੋਈ ਸੀ। ਹਾਂਜੀ ਹਾਂਜੀ, ਉੱਥੇ ਅਰੇਂਜਡ ਮੈਰਿਜ ਹੁੰਦੀ, ਤੁਹਾਨੂੰ ਪਤਾ ਹੀ ਹੈ ਨਾ। ਅਤੇ ਅਰੇਂਜਡ ਮੈਰਿਜ ਅਸੀਂ ਬੜੇ ਹੈਪੀ ਹਾਂ ਪਹਿਲਾਂ ਤੋਂ। ਕਿੰਨੀ ਕੁ ਉਮਰ ਸੀ ਜਦੋਂ ਵਿਆਹ ਤੁਹਾਡਾ ਹੋਇਆ? ਮੈਂ 21 ਸਾਲ ਦਾ ਹੀ ਸੀਗਾ, 20.5 ਦਾ, ਮਤਲਬ 21ਵਾਂ ਸਾਲ ਮੈਨੂੰ ਚੜ੍ਹਿਆ ਸੀ ਤਕਰੀਬਨ। ਨਾਲ ਕਿੰਨਾ ਚਿਰ ਬਾਅਦ ਤੁਹਾਡੀ ਵਾਈਫ ਇੱਥੇ ਆਈ? ਇੱਥੇ 1965 'ਚ। ਨਾਲੇ ਨਿਆਣੇ ਇੱਥੇ ਦੇ ਸਾਰੇ ਜੰਮੇ ਹੋਏ? 2 ਨਿਆਣਿਆਂ ਦਾ ਜਨਮ ਇੰਡੀਆ ਦਾ ਹੈ, 2 ਦਾ ਇੱਥੇ ਦਾ। ਤੁਸੀਂ ਜਦੋਂ ਤੁਹਾਡੀ ਵਾਈਫ ਇੱਥੇ ਆਈ ਹੋਗੀ 65 ਦੇ ਵਿੱਚ, ਤੁਸੀਂ ਘਰ ਆਪਣਾ ਸਿਸਟਮ ਕੀ ਡਿਫਰੈਂਟ ਚੇਂਜ ਕੀਤਾ ਅੱਗੇ? ਜਦੋਂ ਇਹ ਆਈ ਹੈ ਤਾਂ ਉਦੋਂ ਅਸੀਂ ਲਾਜਰ ਰਹਿੰਦੇ ਸੀਗੇ 29 ਡੰਸਟਰ ਰੋਡ ਦੇ ਉੱਤੇ। ਉਹ ਵੀ ਆਪਣੇ ਜਾਣਕਾਰ ਦੋਸਤ ਦਾ ਹੀ ਘਰ ਸੀਗਾ, ਹੈ। ਅਤੇ ਉੱਥੇ ਅਸੀਂ ਥੋੜ੍ਹਾ ਚਿਰ ਰਹੇ ਹਾਂ। ਫਿਰ ਅਸੀਂ ਘਰ ਆਪਣਾ ਲੈ ਲਿਆ ਸੀਗਾ 194 ਲੈਸਟਰ ਸਟਰੀਟ ਦੇ ਵਿੱਚ। ਉਹ ਮੇਰੇ ਖਿਆਲ ਅਸੀਂ 67 ਵਿੱਚ ਲੈ ਲਿਆ ਸੀਗਾ, 1967 ਦੇ ਨੇੜੇ। ਹਾਂਜੀ, ਫਿਰ ਅਸੀਂ ਉੱਥੇ ਆ ਗਏ। ਤੁਹਾਨੂੰ ਲੋਕ ਜਿਹੜੇ ਹੈ ਨਾ ਇੱਥੇ ਦੇ ਹੋਰ ਲੋਕ, ਉਹ ਡਿਫਿਕਲਟ ਲੱਗੇ ਕਿਸੇ ਤਰ੍ਹਾਂ, ਜਿੱਦਾਂ ਫੈਮਿਲੀ ਵਾਲਿਆਂ ਨੂੰ? ਅਸੀਂ ਡਿਸਕ੍ਰਿਮੀਨੇਸ਼ਨ ਦੀ ਤਾਂ ਗੱਲ ਕਰ ਹਟੇ ਮੈਂ ਵੀ, ਪਰ ਜਿਹੜਾ ਮੋਰ ਪਰਸਨਲ ਜਿੱਦਾਂ ਨੇਬਰਹੁੱਡ ਵਿੱਚ ਇੱਦਾਂ ਦਾ ਕੋਈ ਕੁਛ ਹੈਗਾ ਸੀ? ਨੇਬਰਹੁੱਡ ਸਾਡਾ ਚਲੋ ਪਹਿਲਿਆਂ ਸਾਲਾਂ ਵਿੱਚ ਤਾਂ ਨਹੀਂ ਸੀ, ਜਿੱਦਾਂ ਸਾਡੇ ਨੇਬਰ ਸੀਗੇ ਇੰਡੀਅਨ। ਫਿਰ ਅਸੀਂ ਘਰ ਲਿਆ, ਉਹਦੇ ਵਿੱਚ ਇੱਕ ਪਾਸੇ ਕਾਲੇ ਸੀਗੇ, ਇੱਕ ਪਾਸੇ ਇੰਡੀਅਨ ਸੀਗਾ। ਉਦੋਂ ਬਾਅਦ ਅਸੀਂ ਘਰ ਲਿਆ, ਹੁਣ ਦੋਨੀ ਪਾਸੇ ਕਾਲੇ ਆ। ਉਹ ਸਾਨੂੰ ਨੇਬਰ ਚੰਗੇ ਹੀ ਲੱਗੇ ਹਮੇਸ਼ਾ, ਬਹੁਤ ਗੁੱਡ ਨੇਬਰ, ਵੈਰੀ ਨਾਈਸ, ਰਾਈਟ। ਮੇਰੇ ਖਿਆਲ ਵੀ ਇੱਦਾਂ ਦੇ ਨੇਬਰ ਹੁਣ ਗੋਰੇ ਮੋਹਰੇ ਗੋਰੇ ਵੀ ਹੈਗੇ ਆ, ਸਾਰੇ ਨਹੀਂ ਡਿਸਕ੍ਰਿਮੀਨੇਸ਼ਨ ਕਰਦੇ। ਉਹ ਸਾਨੂੰ ਨਿਕਲਦਿਆਂ ਨੂੰ ਉਹ ਗੋਰੀ ਆ ਜ਼ਰੂਰ ਬੁਲਾਊਗੀ, ਹੈ। ਬਹੁਤ ਚੰਗੇ ਵੀ ਆ ਗੋਰੇ, ਸਾਰੇ ਥੋੜ੍ਹੇ ਰੇਸਿਸਟ। ਤੁਸੀਂ ਇੱਥੇ ਤੁਹਾਡਾ ਰਿਲੀਜਨ, ਤੁਸੀਂ ਜਿਹੜਾ ਇੰਡੀਆ ਜੰਮੇ ਸੀ ਰਿਲੀਜਨ, ਤੁਸੀਂ ਇੱਥੇ ਆ ਕੇ ਵੀ ਤੁਹਾਤੋਂ ਪ੍ਰੈਕਟਿਸ ਕਰ ਹੋਇਆ? ਪਹਿਲੀ ਗੱਲ, ਮੈਂ ਤਾਂ ਰਿਲੀਜਨ ਇੰਡੀਆ ਦੇ ਵਿੱਚ ਹੀ ਛੱਡਿਆ ਸੀ। ਮੇਰੇ ਰਿਲੀਜਨ ਬਿਲੀਫ ਸੀਗਾ ਮੇਰਾ ਰਿਲੀਜਨ ਦੇ ਵਿੱਚ। ਜਦੋਂ ਮੈਂ
ਨਵੀਂ ਪੋਲਿਟਿਕਸ ਵਿੱਚ ਆਇਆ, ਜਦੋਂ ਮੈਂ ਮਾਰਕਸਿਜ਼ਮ ਬਾਰੇ ਥੋੜ੍ਹਾ ਜਿਹਾ ਵੀ ਪੜ੍ਹਿਆ ਤੇ ਮੈਂ ਰਿਲੀਜਨ ਪਾਸੇ ਰੱਖਤਾ। ਕਾਹਦੇ ਲਈ? ਮੈਨੂੰ ਉਹਦੇ ਵਿੱਚੋਂ ਫਿਰ ਇੱਦਾਂ ਲੱਗਿਆ ਵੀ ਇਹ ਸਭ ਕੁਛ ਬੰਦੇ ਦਾ ਬਣਾਇਆ, ਇਹ 'ਚ ਕੁਛ ਨਹੀਂ ਹੈ, ਫੋਕਾ ਹੀ ਆ ਸਭ ਕੁਛ ਹੈ। ਅਤੇ ਉਸ ਤੁਸੀਂ ਥਿਊਰੀ ਮਾੜਾ ਜਿਹਾ ਵੀ ਤੁਸੀਂ ਪੜ੍ਹਦੇ ਆ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਸਾਰਾ ਕੁਛ ਮੈਨ ਮੇਡ ਹੀ ਆ। ਜਿਹੜੀ ਚੀਜ਼ ਮੈਨ ਮੇਡ ਹੀ ਆ ਉਹਨੂੰ ਪ੍ਰੇ ਕਰਨ ਦਾ ਕੋਈ ਨਹੀਂ ਫਾਇਦਾ, ਹੈ ਨਾ। ਜੇ ਮੈਂ ਫਰਜ਼ ਕੀਤਾ ਆਪਣੇ ਗਾਰਡਨ ਵਿੱਚ ਇੱਕ ਸਟੈਚੂ ਜਿਹਾ ਬਣਾ ਕੇ ਰੱਖ ਦੇਵਾਂ, ਮੈਂ ਰੋਜ਼ ਉੱਥੇ ਮੱਥਾ ਟੇਕੀ ਜਾਵਾਂ, ਮੈਨੂੰ ਦੇਖ ਦੇਖ ਲੋਕ ਵੀ ਟੇਕਣ ਲੱਗ ਪੈਣ, ਕੀ ਗੱਲ ਹੋਈ? ਕੁਛ ਵੀ ਨਾ। ਇਹ ਗੱਲ ਜਿਹੜੀ ਨਾ ਤੇ ਮੈਨ ਮੇਡ ਹੈ ਜੋ ਕੁਛ ਵੀ ਰਿਲੀਜਨ ਜਿਹੜਾ। ਸਰ ਤੇਰੇ ਦਿਮਾਗ ਵਿੱਚ ਤੁਹਾਨੂੰ ਤੁਸੀਂ ਹੈ ਤੁਹਾਡੀ ਸਮਝ ਹੈ ਸੀ ਯਾ ਰਿਲੀਜਨ ਜਿਹੜਾ ਹੈ ਇਹ ਬੰਦਿਆਂ ਦਾ ਹੀ ਬਣਾਇਆ ਹੈ, ਬੰਦਿਆਂ ਕੰਟਰੋਲ ਹੈ। ਯਾ ਬੰਦਿਆਂ ਦਾ ਬਣਾਇਆ, ਕੋਈ ਉੱਤੋਂ ਨਹੀਂ ਕਿਸੇ ਨੇ ਬਣਾਇਆ, ਕੋਈ ਕੁਛ ਨਹੀਂ ਹੈ, ਤੇ ਇੱਦਾਂ ਦੀ ਕੋਈ ਗੱਲ ਨਹੀਂ। ਸਰ ਜੇ ਤੁਹਾਡੇ ਇਦਾਂ ਦੇ ਬਲੀਫ ਹੈਗੇ ਆ ਇੱਦਾਂ ਦੇ ਜਿਹੜੇ ਨਾ ਜਿਹੜੇ ਮਾਰਕਸਿਸਟ ਬਾਰੇ ਮਾਰਕਸਿਜ਼ਮ ਤੋਂ ਇਨਫੋਰਮਡ ਆ, ਤੁਸੀਂ ਹੋਰ ਚੀਜ਼ਾਂ ਨੂੰ ਵੀ ਕੁਐਸਚਨ ਕਰਦੇ ਹੋਣੇ ਦੁਨੀਆ ਵਿੱਚ? ਹਾਂ। ਦੱਸ ਸਕਦੇ ਹੋਰ ਕੀ ਚੀਜ਼ਾਂ? ਹੋਰ ਕਿੱਦਾਂ ਮਤਲਬ ਤੁਹਾਡਾ? ਵੈਲ ਤੁਸੀਂ ਹੁਣ ਐਗਜ਼ਾਮਪਲ ਦੇ ਕੇ ਰਿਲੀਜਨ ਬਾਰੇ, ਤੁਸੀਂ ਫਿਰ ਜਿੱਦਾਂ ਹੋਰ ਚੀਜ਼ਾਂ ਨੂੰ ਵੀ ਸੋਸਾਇਟੀ ਵਿੱਚ ਦੁਨੀਆ ਵਿੱਚ ਜਿੱਦਾਂ ਚੱਲਦੀ ਆ ਕੁਐਸਚਨ ਕਰਦੇ ਹੋਣੇ ਆਲ ਦ ਟਾਈਮ। ਅੱਗੇ ਮੇ ਵੀ ਜ਼ਿਆਦਾ ਹੁਣ ਨਾਲੋਂ ਹੋਰ ਐਗਜ਼ਾਮਪਲ ਦੇ ਸਕਦੇ? ਨਹੀਂ, ਕੁਐਸਚਨ ਇੱਦਾਂ ਆ, ਪਹਿਲੀ ਗੱਲ ਤਾਂ ਜਿਹੜੀ ਮਟੀਰੀਅਲਿਜ਼ਮ ਹੈ ਨਾ, ਮਟੀਰੀਅਲਿਜ਼ਮ ਇਹ ਸਾਰਾ ਕੁਛ ਮਟੀਰੀਅਲ ਦਾ ਹੀ ਪਾਰਟ ਆ। ਈਵਨ ਸੁਸਾਇਟੀ ਜਿਹੜੀ ਆ ਇਹ ਵੀ ਮਟੀਰੀਅਲ ਰਿਫਲੈਕਸ਼ਨ ਕਰਦਾ ਉੱਤੇ, ਹੈ ਨਾ। ਸਾਡੇ ਖਿਆਲ ਜਿਹੜੇ ਆਉਂਦੇ ਆ ਇਹ ਵੀ ਮਟੀਰੀਅਲ ਦਾ ਹੀ ਪਾਰਟ ਆ। ਸੋ ਸਭਾ ਸੁਸਾਇਟੀਆਂ ਵੀ ਜਿੱਦਾਂ ਜਿੱਦਾਂ ਮੀਨਸ ਆਫ ਪ੍ਰੋਡਕਸ਼ਨ ਨਵੇਂ ਪੈਦਾ ਹੁੰਦੇ ਆ, ਜਿੱਦਾਂ ਜਿੱਦਾਂ ਸਾਇੰਸ ਦੀ ਡਿਵੈਲਪਮੈਂਟ ਹੁੰਦੀ ਆ, ਉਸੇ ਤਰ੍ਹਾਂ ਸੁਸਾਇਟੀ ਨੂੰ ਵੀ ਚੇਂਜ ਹੋਣਾ ਪੈਂਦਾ ਨਾਲ ਦੀ ਨਾਲ। ਇਹਦਾ ਮਤਲਬ ਪਹਿਲਾਂ ਮਟੀਰੀਅਲ ਚੇਂਜ ਹੁੰਦਾ ਆ, ਫਿਰ ਸੁਸਾਇਟੀ ਨੂੰ ਚੇਂਜ ਹੋਣਾ ਪੈਂਦਾ, ਮਗਰ ਇਹ ਚੀਜ਼ ਚੱਲਦੀ ਰਹਿੰਦੀ ਹੈ। ਇਸ ਕਰਕੇ ਅਸੀਂ ਜਦ ਕਿਸੇ ਗੱਲ ਬਾਰੇ ਸੋਚਦੇ ਹਾਂ, ਅਸੀਂ ਉਹਦੀ ਪਹਿਲਾਂ ਬੈਕਗਰਾਊਂਡ ਦੇਖਦੇ ਹਾਂ, ਰੀਜ਼ਨ ਦੇਖਦੇ ਹਾਂ। ਰੀਜ਼ਨ ਤੋਂ ਬਗੈਰ ਕੋਈ ਚੀਜ਼ ਹੈਪਨ ਨਹੀਂ ਹੁੰਦੀ ਹੈ। ਰੀਜ਼ਨ ਟੋਲਣਾ ਮਾਰਕਸਿਜ਼ਮ ਦੀ ਥਿਊਰੀ ਹੈ। ਹਰ ਗੱਲ ਦਾ ਪਹਿਲਾਂ ਕੋਈ ਰੀਜ਼ਨ ਹੁੰਦਾ ਜਾਂ ਕੋਈ ਹੈਪਨ ਹੁੰਦਾ ਨਾ, ਉਹਦੇ ਰੀਜ਼ਨ ਦੇਖੋ, ਪਹਿਲਾਂ ਉਹਦੀ ਬੈਕਗਰਾਊਂਡ ਦੇਖੋ, ਉਹਦੀ ਹਿਸਟਰੀ ਬੈਕਗਰਾਊਂਡ ਦੇਖੋ। ਸਾਰਾ ਕੁਝ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਗੱਲ ਇੱਧਰ ਨੂੰ ਸਹੀ ਆ ਜਾਂ ਆ ਇਹਦਾ ਹੋਣਾ ਆ, ਇੱਦਾਂ ਹੋਣਾ ਹੈ। ਅਸੀਂ ਬਲਾਈਂਡ ਜਾਨੀ ਫੇਥ ਨਹੀਂ ਹੈਗਾ ਰੱਖਦੇ, ਬਲਾਈਂਡ ਫੇਥ ਦੇ ਖਿਲਾਫ ਹੈ। ਸੋ ਤੁਹਾਡਾ ਇਹ ਤੁਸੀਂ ਸਿਸਟਮ ਆਪਣੀ ਲਾਈਫ ਨੂੰ ਅਪਲਾਈ ਕਰਦੇ ਸਭ ਕੁਝ ਵਿੱਚ? ਹਾਂ, ਹਰ ਥਾਂ। ਨਹੀਂ, ਤੁਹਾਡੀ ਵਾਈਫ, ਤੁਹਾਡੇ ਨਿਆਣੇ, ਉਹਨਾਂ ਦਾ ਫੀਲਿੰਗ ਕੀ ਹੈ ਚੀਜ਼ ਬਾਰੇ? ਦੇਖੋ, ਜਿਹੜੀ ਮਾਰਕਸਿਸਟ ਥਿਊਰੀ ਹੈ ਨਾ, ਇਹ ਗੱਲ ਤਾਂ ਕਹਿੰਦੀ ਹੈ ਵੀ ਹਰੇਕ ਮਟੀਰੀਅਲ ਦਾ ਪਾਰਟ ਜਿਹੜਾ ਦੂਏ ਉੱਤੇ ਥੋੜ੍ਹਾ ਜਿਹਾ ਉਹ ਰਿਫਲੈਕਸ਼ਨ ਕਰਦਾ ਆ, ਥੋੜ੍ਹਾ ਜਿਹਾ ਅਸਰ ਪਾਉਂਦਾ ਉੱਤੇ, ਪਰ ਉਹ ਹੂਬਹੂ ਉਹ ਚੀਜ਼ ਨਹੀਂ ਹੋ ਸਕਦੀ। ਹੁਣ ਫਰਜ਼ ਕੀਤਾ ਇੱਕ ਫੈਮਿਲੀ ਦੇ ਵਿੱਚ ਮਿਸਾਲ ਦੇ ਤੌਰ 'ਤੇ ਜਿੱਦਾਂ ਸਾਡੇ ਸ਼ਹੀਦ ਭਗਤ ਸਿੰਘ ਹੋਇਆ, ਹੈ ਨਾ। ਸ਼ਹੀਦ ਭਗਤ ਸਿੰਘ ਨੇ ਉਹ ਇੰਨਾ ਇੰਟੈਲੀਜੈਂਟ ਸੀਗਾ ਵੀ ਸਭ ਕੁਝ ਸੋਚਦੇ ਨੇ ਉਹਨੇ ਆਪਣੇ ਆਪ ਨੂੰ ਹੈਂਗ ਹੋਣ ਲਈ, ਅਤੇ ਉਹ ਕੰਮ ਕੀਤਾ ਜਿਹੜਾ ਉਹਨੂੰ ਪਤਾ ਸੀ ਵੀ ਮੈਨੂੰ ਹੈਂਗ ਹੋਣਾ ਆ। ਉਹਨੇ ਡਿਊਟੀ ਆਪ ਲਈ ਪਈ, ਕਿਉਂਕਿ ਮੈਂ ਵਧੀਆ ਕੇਸ ਪੁੱਟ ਕਰ ਸਕਦਾ ਕਹਿੰਦਾ ਕੋਰਟ ਦੇ ਵਿੱਚ, ਕਿਉਂਕਿ ਕੋਰਟ ਤਾਂ ਮੈਂ ਉੱਧਰ ਸਾਨੂੰ ਕਿਤੇ ਕਹਿਣ ਦਾ ਮਤਲਬ ਕੋਈ ਚਾਂਸ ਨਹੀਂ ਮਿਲਦਾ। ਪੇਪਰਾਂ 'ਚ ਮੈਂ ਤਾਂ ਆਉਣਾ ਜੇ ਮੇਰਾ ਕੋਰਟ ਵਿੱਚ ਮੇਰਾ ਬਿਆਨ ਹੋਊਗਾ ਤਾਂ। ਉਹਨੇ ਆਪ ਆਪਣੇ ਆਪ ਨੂੰ ਪਿਕ ਕੀਤਾ ਸੀ। ਹੁਣ ਉਸੇ ਫੈਮਿਲੀ ਦੇ ਵਿੱਚ ਸਾਰੇ ਭਗਤ ਨਹੀਂ ਬਣ ਸਕਦੇ। ਇਸੇ ਤਰ੍ਹਾਂ ਸਾਡੀ ਫੈਮਿਲੀ ਆ। ਮੇਰੇ ਜੇ ਫਰਜ਼ ਕੀਤਾ ਮੇਰੇ ਕਮਿਊਨਿਸਟ ਖਿਆਲ ਆ, ਜ਼ਰੂਰੀ ਨਹੀਂ ਮੇਰੇ ਨਿਆਣਿਆਂ ਦੇ ਵੀ ਉਹ ਹੋਣਗੇ, ਹੈ ਨਾ। ਈਵਨ ਮੇਰੀ ਵਾਈਫ ਦੇ ਨਹੀਂ ਉਹ ਹੋ ਸਕਦੇ, ਪਰ ਕਾਫੀ ਜ਼ਿਆਦਾ ਉਹ 'ਤੇ ਪ੍ਰਭਾਵ ਜ਼ਰੂਰ ਪੈਂਦਾ ਇਸ ਗੱਲ ਦਾ। ਨਿਆਣਿਆਂ 'ਤੇ ਵੀ ਪ੍ਰਭਾਵ ਹੈਗਾ। ਉਹ ਇਸ ਕਰਕੇ ਅੰਧਾ ਧੁੰਦ ਰਿਲੀਜੀਅਸ ਬਿਲੀਵ ਨਹੀਂ ਕਰਦੇ, ਇੰਨਾ ਕੁ ਪ੍ਰਭਾਵ ਉਹਨਾਂ 'ਤੇ ਪਿਆ, ਹੈ ਨਾ। ਬਲਾਈਂਡ ਬਾਹਲਾ ਬਲਾਈਂਡਲੀ ਉਹ ਰਿਲੀਜੀਅਸ ਬਿਲੀਵ ਨਹੀਂ ਕਰਦੇ। ਉਹ ਗੁੱਡ ਹਿਊਮਨ ਆ, ਹਰੇਕ ਨਾਲ ਚੰਗਾ ਵਰਤਦੇ ਆ, ਵਧੀਆ ਬੋਲਦੇ ਆ, ਮਤਲਬ ਹਰ ਤਰ੍ਹਾਂ ਠੀਕ ਹੈ। ਇਹੀ ਚਾਹੀਦਾ ਬੰਦੇ ਨੂੰ, ਇਨਸਾਨ ਨਾਲ ਸਹੀ ਵਰਤੇ। ਰਿਲੀਜਨ ਬਣ ਕੇ ਜੇ ਰਿਲੀਜੀਅਸ ਬੰਦਾ ਨਾ ਜੇ ਫੇਰ ਵੀ ਕਿਸੇ ਨਾਲ ਕੋਈ ਹੇਰਾ ਫੇਰੀ ਵੀ ਕਰੇ, ਕਿਸੇ ਦਾ ਕੋਈ ਨੁਕਸਾਨ ਕਰੇ ਜਾਂ ਹੋਰ ਗਲਤ ਕੰਮ ਕਰੇ, ਅਤੇ ਉਹ ਨਾ ਬੈਟਰ ਨਹੀਂ, ਨਾ ਵੀ ਬਣੋ ਤਾਂ ਵੀ ਤੁਹਾਨੂੰ ਤਾਂ ਗੁੱਡ ਇਨਸਾਨ ਬਣਨਾ ਚਾਹੀਦਾ, ਹੈ ਨਾ।
ਤੁਸੀਂ ਹੋਰ ਕੁਛ ਮੈਨੂੰ ਦੱਸ ਸਕਦੇ ਹੋ ਜਿੱਦਾਂ ਇੱਥੇ ਕਿੱਦਾਂ ਦਾ ਸੀ ਰਹਿਣਾ 70s ਦੇ ਵਿੱਚ 80s ਦੇ ਵਿੱਚ? ਇਹ ਪਹਿਲੀ ਸਟੇਜ ਦੇ ਵਿੱਚ ਤਾਂ ਅਸੀਂ ਜਦ ਆਏ ਆ ਨਾ, ਅਸੀਂ ਇੱਥੇ ਦੇ ਰਹਿਣ ਵਾਲੇ ਲੋਕਾਂ ਤੋਂ ਪੁੱਛਦੇ ਸੀਗੇ ਵੀ ਤੁਸੀਂ ਕਿੱਦਾਂ ਰਹਿੰਦੇ ਸੀ। ਉਹਨਾਂ ਤੋਂ ਵੀ ਪਤਾ ਲੱਗਿਆ ਵੀ ਇੱਥੇ ਕੋਈ 3-4 ਕੁ ਘਰ ਸੀਗੇ। ਇੱਕ ਤਾਂ ਸਟੈਵਲੇ ਰੋਡ ਤੇ ਹੁੰਦਾ ਸੀ, ਇੱਕ ਬਿਲਨਹਾਰ ਰੋਡ ਤੇ ਹੁੰਦਾ ਸੀ, ਜਿੱਥੇ 20-20 30-30 ਬੰਦੇ ਇੱਕ ਘਰ ਦੇ ਵਿੱਚ ਰਹਿੰਦੇ ਸੀ। ਆਮ ਤੌਰ ਤੇ ਇੱਕ ਬੈੱਡ ਉੱਤੇ ਵੀ ਸੌਣ ਵਾਲੇ 4-4 5-5 ਬੰਦੇ ਹੁੰਦੇ ਸੀ। ਕੋਈ ਨਾਈਟਾਂ 'ਤੇ ਚਲੇ ਗਿਆ, ਕੋਈ 2 ਆ ਗਿਆ, ਕੋਈ ਤੇ ਆਪਣਾ ਖਾਣਾ ਦਾਣਾ ਬਣਾ ਕੇ ਆਪਣਾ ਆਪਣਾ ਪਤੀਲਾ ਮੰਜਿਆਂ ਥੱਲੇ ਰੱਖ ਲੈਣਾ ਲਿਜਾ ਕੇ, ਹੈ ਨਾ, ਬੈੱਡ ਦੇ ਥੱਲੇ ਦੇ ਲੈਣਾ। ਇੱਦਾਂ ਦੇ ਹਾਲਾਤ ਸੀਗੇ। ਜਦ ਕਿ ਅਸੀਂ ਆਏ ਹਾਂ ਉਦੋਂ ਜੇ ਕੋਈ ਗੈਸ ਫਾਇਰ ਲਾ ਲੈਂਦਾ ਸੀ ਨਾ, ਉਹ ਅੱਬਲ ਤਾਂ ਉਦੋਂ ਕਿਸੇ ਦੇ ਗੈਸ ਫਾਇਰ ਨਹੀਂ ਸੀ ਹੁੰਦਾ। ਜਦ ਅਸੀਂ ਆਏ ਆਮ ਲੋਕਾਂ ਦੇ ਗੈਸ ਫਾਇਰ ਹੁੰਦਾ ਸੀ, ਅਤੇ ਕਈਆਂ ਦੇ ਤਾਂ ਲੈਨੋ ਵੀ ਨਹੀਂ ਸੀ ਹੁੰਦੀ ਥੱਲੇ। ਉਹ ਸਲੇਟਾਂ ਜਿਹੜੀਆਂ ਹੁੰਦੀਆਂ ਨਾ, ਸਲੇਟਸ ਹੁੰਦੀਆਂ ਸੀ ਥੱਲੇ, ਟਾਇਲ। ਅਤੇ ਇਹ ਲਾਈਨੋ ਕਿ ਬਹੁਤਿਆਂ ਦੀ ਲਾਈਨੋ ਸੀਗੀ। ਕਾਰਪੇਟ ਕਿਸੇ ਦੇ ਨਹੀਂ ਸੀ ਹੁੰਦੀ। ਫਿਰ ਕੁਛ ਚਿਰ ਬਾਅਦ ਲੋਕਾਂ ਨੇ ਗੈਸ ਫਾਇਰ ਲਾਉਣੇ ਸ਼ੁਰੂ ਕੀਤੇ, ਕਿਸੇ ਨੇ ਕਾਰਪੇਟ ਪਾਉਣੀ ਸ਼ੁਰੂ ਕੀਤੀ। ਸੋਫਾ ਕਦੇ ਕਿਸੇ ਦੇ ਦੇਖਿਆ ਹੀ ਨਹੀਂ ਸੀ, ਬੈੱਡ ਸਿਟੀ ਹੁੰਦੀ ਸੀ। ਤੇ ਬਸ 1 ਮਿੰਟ ਮੈਂ ਖੋਲ੍ਹਿਆ ਨਾ, ਕੋਈ ਨਹੀਂ। ਅੱਛਾ ਹਾਂਜੀ। ਅਤੇ ਇੱਦਾਂ ਵੀ ਘਰਾਂ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਕਿਸੇ ਦੇ ਗੈਸ ਫਾਇਰ ਨਹੀਂ ਸੀ ਹੁੰਦਾ, ਕੋਲੇ ਦੇ ਫਾਇਰ ਪਾਉਂਦੇ ਹੁੰਦੇ ਸੀਗੇ, ਹੈ ਨਾ, ਕੋਲ ਦੇ। ਅਤੇ ਕਈਆਂ ਦੇ ਲਾਈਨੋ ਸੀਗੀ, ਕਈਆਂ ਦੇ ਨਹੀਂ ਸੀਗੀ। ਇਸੇ ਤਰ੍ਹਾਂ ਕਾਰਪੇਟ ਕਿਸੇ ਦੇ ਨਹੀਂ ਸੀ, ਸੋਫੇ ਸੈੱਟ ਕਿਸੇ ਦੇ ਨਹੀਂ ਸੀ ਹੁੰਦੇ। ਵੱਧ ਤੋਂ ਵੱਧ ਬੈੱਡ ਸਿਟੀ, ਹੌਲੀ ਹੌਲੀ ਲਾਈਨੋ ਪਾਉਣ ਲੱਗ ਪਏ, ਅਤੇ ਹੌਲੀ ਹੌਲੀ ਗੈਸ ਫਾਇਰ ਵੀ ਲੱਗਣ ਲੱਗ ਪਿਆ। ਫਿਰ ਕਾਰਪੇਟਾਂ ਪੈਣ ਲੱਗ ਪਈਆਂ। ਉਦੋਂ ਹਾਲਤ ਜਾਣੀ ਬੜੀ ਪੂਅਰ ਜਿਹੀ ਸੀ ਲੋਕਾਂ ਦੀ, ਇੰਨਾ ਨਾ ਸੀ। ਤੁਸੀਂ ਹੁਣ ਦੱਸ ਸਕਦੇ ਹੁਣ ਕੀ ਫਰਕ ਪੈ ਗਿਆ? ਜਿੱਦਾਂ ਪਹਿਲਾਂ ਹੁਣ ਤੁਸੀਂ ਇੱਥੇ ਜਿੱਦਾਂ ਪਹਿਲਾਂ 63 ਦੇ ਆਏ ਹੋ, ਹੁਣ ਇੱਥੇ ਕਿੱਦਾਂ ਦਾ ਆਇਆ? ਲੋਕਾਂ ਦੀ ਸਮਝ ਕਿੱਦਾਂ ਦੀ ਡਿਫਰੈਂਟ ਹੈ ਹੁਣ? ਕਿੱਦਾਂ ਉਹਦਾ ਤੁਹਾਨੂੰ ਮੈਂ ਦੱਸਿਆ ਵੀ ਜਿੱਦਾਂ ਜਿੱਦਾਂ ਨਾ ਟੈਕਨੋਲੋਜੀ ਐਡਵਾਂਸ ਹੁੰਦੀ ਆ, ਇੱਦਾਂ ਬੰਦੇ ਦੇ ਮੇਲ ਮਿਲਾਪ ਦੇ ਤਰੀਕੇ ਵੀ ਘਟਦੇ ਜਾਂਦੇ ਆ, ਵੱਧਦੇ ਜਾਂਦੇ ਜਾਂ ਘਟਦੇ ਜਾਂਦੇ ਆ। ਇਸੇ ਤਰ੍ਹਾਂ ਉਹ ਸਮਾਂ ਸੀਗਾ ਜਦੋਂ ਲੋਕ ਪੱਬਾਂ ਦੇ ਵਿੱਚ ਬਹਿ ਕੇ ਆਪਣੇ ਦੁੱਖ ਸੁੱਖ, ਘਰਾਂ ਦੀਆਂ ਗੱਲਾਂ ਬਾਤਾਂ ਹੋਰ ਸਭ ਕਰ ਲੈਂਦੇ। ਇੱਕ ਸੁਸਾਇਟੀ ਸੀ ਉਹ ਪੱਬਾਂ ਦੇ ਵਿੱਚ। ਉਦੋਂ ਗੁਰਦੁਆਰੇ ਕੋਈ ਇੱਦਾਂ ਦੇ ਮੰਦਰ ਮਸੀਤਾਂ ਨਹੀਂ ਸੀ, ਪੱਬ ਹੀ ਸੀ ਬਹਿਣ ਵਾਲੇ ਥਾਂ। ਜਾਂ ਸਿਨੇਮੇ ਹਾਲ, ਇੰਗਲਿਸ਼ ਸਿਨੇਮੇ ਸੀ, ਹੌਲੀ ਹੌਲੀ ਇੰਡੀਅਨ ਸਿਨੇਮੇ ਵੀ ਆਉਣ ਲੱਗ ਪਏ। ਪਰ ਜਿਹੜੇ ਗੋਰਿਆਂ ਦੇ ਪੁਰਾਣੇ ਸਿਨੇਮੇ ਸੀ, ਜਿੱਦਾਂ ਗੌਰਮੈਂਟ ਸਿਨੇਮਾ ਸੀ, ਇੱਥੇ ABC ਸੀਗਾ। ਸਾਡੇ ਲੋਕ ਭਾਵੇਂ ਇੰਗਲਿਸ਼ ਸਮਝ ਨਹੀਂ ਸੀ ਆਉਂਦੀ, ਪਰ ਬਹੁਤਿਆਂ ਨੇ ਇੱਦਾਂ ਕਰਨਾ ਵੀ ਕਹਿਣਾ ਘਰ ਦੇ ਵਿੱਚ ਠੰਡ ਆ ਸਿਆਲ ਨੂੰ, ਚਲੋ ਉੱਥੇ ਹਾਫ ਕਰੂਨ ਦਾ ਟਿਕਟ ਲੈ ਕੇ ਅੰਦਰ ਬਹਿ ਜਾਓ, ਪਹਿਲਾਂ ਗਲਾਸ ਪੱਬ ਦੇ ਵਿੱਚ ਪੀ ਲਓ, ਫਿਰ ਉੱਥੇ ਸਿਨੇਮੇ ਜਾ ਕੇ ਬਹਿ ਜਾਓ। ਉੱਥੇ ਜਾ ਕੇ 3-4 ਘੰਟੇ ਨਿੱਘ ਦੇ ਵਿੱਚ ਬਹਿ ਕੇ ਪਿਕਚਰਾਂ ਪੁਕਚਰਾਂ ਦੇ। ਉਦੋਂ ਟੈਲੀਵਿਜ਼ਨ ਵੀ ਹੁੰਦੇ ਨਹੀਂ ਸੀ ਆਪਣੇ ਕੋਲ, ਟੈਲੀਵਿਜ਼ਨ ਵੀ ਬਾਅਦ 'ਚ ਆਏ ਆ, ਟੈਲੀਵਿਜ਼ਨ ਹੈ ਨਾ ਸੀ। ਸੋ ਇੱਦਾਂ ਦੀ ਹਾਲਾਤ ਸੀਗੀ। ਅਤੇ ਕਿਉਂਕਿ ਲੋਕ ਪੱਬਾਂ ਦੇ ਵਿੱਚ ਇਕੱਠੇ ਹੋ ਕੇ ਬਹਿੰਦੇ ਸੀਗੇ, ਉੱਥੇ ਇੱਕ ਸੁਸਾਇਟੀ ਜਿਹੀ ਬਣੀ ਰਹਿੰਦੀ ਸੀ ਉਹਨਾਂ ਦੀ, ਰਾਈਟ। ਅਤੇ ਹੁਣ ਡੱਬਾ ਕਲਚਰ ਸ਼ੁਰੂ ਹੋ ਗਿਆ, ਜਿਹੜਾ ਟੀਨ 20 ਦੇ ਆਉਣ ਲੱਗ ਪਏ ਆ। ਇਹਦੇ ਨਾਲ ਹੁਣ ਲੋਕ ਪੱਬਾਂ ਦੀ ਬਜਾਏ ਘਰਾਂ ਵੱਲ ਨੂੰ ਮੂਵ ਹੋ ਗਿਆ, ਹੈ ਨਾ। ਡਿਵੈਲਪਮੈਂਟ ਜਿਹੜੀ ਹੋਈ ਹੈ ਉਹਨੇ ਅਸਰ ਪਾਇਆ ਨਾ ਸੁਸਾਇਟੀ 'ਤੇ, ਰਾਈਟ। ਇਸੇ ਤਰ੍ਹਾਂ ਜਿਹੜੇ ਗੁਰਦੁਆਰੇ ਜ਼ਿਆਦਾ ਜਾਂ ਆਪਣੇ ਮੰਦਰ ਜਾਂ ਮਸੀਤਾਂ ਲੱਗ ਪਏ ਬਣਨ, ਉਹਦੇ ਵਿੱਚ ਕਾਰਨ ਕਈ ਆ ਵੀ ਕਾਹਤੇ ਬਣੇ ਆ ਇਹ। ਉਹਦੇ ਵਿੱਚ ਵੱਡੀ ਗੱਲ ਤਾਂ ਇਹ ਆ ਵੀ ਪਹਿਲੇ ਲੋਕਾਂ ਕੋਲ ਇੰਨਾ ਟਾਈਮ ਹੀ ਨਹੀਂ ਸੀ ਵੀ ਇੱਧਰ ਜਾਂਦੇ ਓਵਰ ਟਾਈਮ ਲਾਉਣੇ, ਬੱਚੇ ਲਿਆਉਣੇ, ਇੰਡੀਆ ਤੋਂ ਮੰਗਵਾਉਣੇ, ਪਾਕਿਸਤਾਨ ਤੋਂ ਮੰਗਵਾਉਣੇ ਆ, ਅਤੇ ਉਹਨਾਂ ਲਈ ਘਰ ਲੈਣਾ ਆ, ਸਾਰਾ ਕੁਛ ਨਹੀਂ। ਹੁਣ ਉਹ ਕੁਛ ਸੈੱਟ ਹੋ ਗਿਆ, ਹੈ ਨਾ। ਆਪਣੇ ਉਹ ਮਸਲੇ ਥੋੜ੍ਹੇ ਜਿਹੇ ਹੱਲ ਕਰ ਲੈ, ਅਤੇ ਫਿਰ ਹੁਣ ਇੱਧਰੋਂ ਧਾਰਮਿਕ ਪਲੇਸਾਂ ਵੱਲ ਨੂੰ ਲੋਕ ਤੁਰ ਪਏ ਆ। ਕੋਲ ਪੈਸਾ ਵੀ ਹੈਗਾ, ਹੁਣ ਟਾਈਮ ਵੀ ਹੈਗਾ, ਇਸ ਕਰਕੇ ਇੱਧਰ ਨੂੰ ਕੁਛ ਵਿਹਲੇ ਹੋਣ ਨਾਲ ਬੈਠਣ ਲਈ ਥਾਂ ਹੈਗਾ ਆ,
ਵੀ ਗੁਰਦੁਆਰੇ ਚਲ ਕੇ ਬੈਠੋ ਜਾਂ ਮੰਦਿਰ ਤੇ ਬੈਠੋ ਹੈ ਨਾ। ਸੋ ਸੁਸਾਇਟੀ ਦਾ ਬੜਾ ਇਸ ਗੱਲ ਨਾਲ ਫਰਕ ਪਿਆ। ਅਨਇੰਪਲੋਇਮੈਂਟ ਹੋਣ ਨਾਲ ਹੋਰ ਵੀ ਜਿਹੜੇ ਧਾਰਮਿਕ ਪਲੇਸਿਸ ਦੇ ਵਿੱਚ ਹਾਜ਼ਰੀ ਵੱਧਦੀ ਗਈ ਆ, ਕਿਉਂਕਿ ਵਿਹਲਿਆਂ ਨੂੰ ਕਿਤੇ ਨਾ ਕਿਤੇ ਜਾਣਾ ਹੀ ਆ ਹੈ ਨਾ। ਯਾਨੀ ਅਨਇੰਪਲੋਇਮੈਂਟ ਦਾ ਅਸਰ ਜਿਹੜਾ ਕੰਗਰੀਗੇਸ਼ਨ 'ਤੇ ਪਿਆ, ਕੰਗਰੀਗੇਸ਼ਨ ਵਧੀ ਆ ਰਾਈਟ, ਸਾਡੇ ਖਾਸ ਤੌਰ 'ਤੇ। ਅਤੇ ਗੋਰੇ ਤਾਂ ਇਸ ਪਾਸੇ ਨੂੰ ਪਹਿਲਾਂ ਹੀ ਅੱਕ ਚੁੱਕੇ ਆ, ਹੁਣ ਇਹ ਦੂਏ ਪਾਸੇ ਨੂੰ ਤੁਰੇ ਹੋਏ ਆ ਹੈ ਨਾ। ਇਹ ਆਪਣੇ ਚਰਚਾਂ ਤੋਂ ਪਰੇ ਨੂੰ ਜਾ ਰਹੇ ਆ, ਕਾਫੀ ਹੈਗਾ ਦੀਦੇ ਹੀ ਆ, ਅਤੇ ਇੱਦਾਂ ਦੀ ਹਾਲਾਤ ਹੈ। ਹੋਰ ਕੀ ਤੁਸੀਂ ਦੱਸ ਸਕਦੇ ਮੈਨੂੰ? ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਵਿਆਹ ਸ਼ਾਦੀਆਂ ਸੀ ਸਾਡੇ ਉਦੋਂ, ਅਸੀਂ ਬੜੇ ਸਿੰਪਲ ਕਰਦੇ ਸੀ, ਬਹੁਤ ਸਿੰਪਲ। ਮੈਂ ਆਪ 2 ਵਿਆਹ ਉੱਥੋਂ ਇੰਡੀਆ ਤੋਂ ਲੜਕੀਆਂ ਮੰਗਾਏ ਕੀਤੇ ਆ, ਬੜੇ ਸਿੰਪਲ ਸੀਗੇ। 8-10 ਬੰਦੇ ਆਉਣੇ ਆ, ਪੱਬ ਦੇ ਵਿੱਚ ਉਹਨਾਂ ਨੂੰ 20 ਪਾਣੀ ਪਿਲਾਇਆ, ਰੋਟੀ ਪਾਣੀ ਘਰ ਖਿਲਾਇਆ, ਚਲੋ ਜੀ ਲੜਕੀ ਲੈ ਜਾਓ। ਕਿਹੜੀ ਉਮਰ ਦੀ ਇਹ ਗੱਲ ਹੈਗੀ ਆ ਕੋਈ 67 68 ਦੀ, 68 ਦੀ, 69 68 ਇੱਥੇ ਦੀ। ਮੈਂ ਆਪ ਸਾਡੇ ਇੱਦਾਂ ਰਿਲੇਸ਼ਨ ਦੇ ਵਿੱਚੋਂ ਨਾ 2 ਲੜਕੀਆਂ ਦੇ ਹੈ ਨਾ ਕੀਤੇ, ਬੜੇ ਸੋਹਣਾ ਠੀਕ ਸੀਗਾ। ਆਮ ਹੀ ਲੋਕ ਇੱਦਾਂ ਸੀਗੇ। ਹੁਣ ਜਿਹੜਾ ਕਲਚਰ ਆ, ਕਿਉਂਕਿ ਲੋਕਾਂ ਕੋਲ ਮਨੀ ਬਹੁਤ ਹੋ ਗਈ ਆ, ਹੁਣ ਉਹ ਆਪਣੀ ਮਨੀ ਨੂੰ ਸ਼ੋਅ ਕਰਨ ਲਈ, ਕੁਛ ਬੱਚੇ ਆਖੇ ਨਹੀਂ ਲੱਗਦੇ ਵਿਆਹ ਕਰਾਉਣ ਲਈ, ਉਹਨਾਂ ਨੂੰ ਹਰ ਤਰੀਕੇ ਨਾਲ ਖੁਸ਼ ਕਰਨ ਲਈ ਉਹ ਫਿਰ ਕਹਿੰਦੇ ਵੀ ਆਹ ਵੱਡਾ ਗਰੁੱਪ ਲੈਣਾ, ਆਹ ਲੈਣਾ, ਆਹ ਕਰਨਾ, ਐਡਾ ਹਾਲ ਕਰਾਉਣਾ ਉਹ, ਕਿਉਂਕਿ ਮਾਂ ਪਿਓ ਕੋਲ ਮਾੜੇ ਮੋਟੇ ਪੈਸੇ ਹੈਗੇ ਆ, ਉਹ ਉਹਨਾਂ ਨੂੰ ਬੱਚਿਆਂ ਨੂੰ ਖੁਸ਼ ਕਰਨ ਲਈ ਉਹ ਇੱਧਰ ਨੂੰ ਪਾਸੇ ਨੂੰ ਤੁਰੇ ਆ। ਹੋਰ ਰੀਜ਼ਨ ਕਾਹਦਾ ਬੱਚੇ ਵੀ ਖੁਸ਼ ਕਰਨ ਨੂੰ? ਤੁਸੀਂ ਹੁਣ ਮੈਨੂੰ ਦੱਸ ਸਕਦੇ, ਤੁਸੀਂ ਕਿਹਾ ਤੁਸੀਂ 2 ਲੜਕੇ ਹਾਂ ਵਿਆਹੇ ਸੀ, ਓਲਡ ਸਟਾਰ ਸਮੋਲ, ਹੁਣ ਤੁਸੀਂ ਉਸ ਤੋਂ ਬਾਅਦ ਤੁਹਾਡੇ 2 ਹੋਰ ਵੀ ਨਿਆਣੇ ਸੀ, ਉਹਨਾਂ ਦੇ ਵਿਆਹ ਕਿੱਦਾਂ ਦੇ ਸੀ? ਡਿਫਰੈਂਟ ਸੀ ਉਹਨਾਂ ਦੇ? ਜਦੋਂ ਮੈਂ ਵੱਡੀ ਲੜਕੀ ਵੱਡੀ ਸੀ ਨਾ, ਉਹਦਾ ਜਦ ਵਿਆਹ ਕੀਤਾ ਤਾਂ ਬਹੁਤ ਸਿੰਪਲ ਸੀਗਾ, ਅਤੇ ਕੋਈ ਬਹੁਤੀ ਉਹ ਵੱਡੀ ਜਨੇਤ ਨਹੀਂ ਸੀ ਲੈ ਕੇ ਆਏ। ਸ਼ਾਇਦ ਤੁਹਾਨੂੰ ਪਤਾ ਹੋਊਗਾ ਉੱਥੇ ਇੱਕ ਡਿਕਸਨ ਜਿੱਥੇ ਹੈਗਾ ਪੇਂਟ ਵਾਲਿਆਂ ਦਾ, ਉਹਦੇ ਖੂੰਜੇ ਜਿਹੇ 'ਤੇ ਇੱਕ ਨਿੱਕੀ ਜਿਹੀ ਕਲੱਬ ਹੁੰਦੀ ਸੀ। ਉਹ ਨਹੀਂ ਮੈਨੂੰ ਪਤਾ। ਹਾਂ, ਨਿੱਕੀ ਜਿਹੀ ਕਲੱਬ ਸੀ, ਉਹਦੇ ਵਿੱਚ ਹੀ ਵਿਆਹ ਦਾ ਬੜਾ ਸੋਹਣਾ ਸਰ ਗਿਆ ਸੀਗਾ। ਕੋਈ ਅਸੀਂ ਗਰੁੱਪ ਨਹੀਂ ਸੀ ਲਿਆਂਦੇ, ਕੋਈ ਡੀਜੇ ਨਹੀਂ ਸੀ ਲਿਆਂਦੇ, ਕੋਈ ਵੀਡੀਓ ਨਹੀਂ ਸੀ ਉਦੋਂ ਬਣਾਉਂਦੇ, ਉੱਥੇ ਰੋਟੀ ਪਾਣੀ ਖਾਧਾ ਹੋ ਗਿਆ। ਫਿਰ ਮੇਰੇ ਮੁੰਡੇ ਦਾ ਵਿਆਹ ਹੋਇਆ, ਇਹਨਾਂ ਦੇ ਵਿਆਹ ਦੇ ਉੱਤੇ ਤਾਂ ਉਹ ਅੱਜ ਕੱਲ੍ਹ ਤਾਂ ਵੀਡੀਓ ਹਰੇਕ ਲਿਆਉਂਦਾ ਨਾ, ਬਰਥਡੇ 'ਤੇ ਵੀ ਲੈ ਆਉਂਦੇ, ਵੀਡੀਓ ਵੀ ਆਏ, ਗਰੁੱਪ ਵੀ ਆਏ ਹੈ ਨਾ। ਅਤੇ ਪਰ ਮੈਂ ਇੱਧਰ ਨਿਆਣਿਆਂ ਦੀ ਗੱਲ ਤਾਂ ਮੰਨਣੀ ਸੀ ਵੀ ਠੀਕ ਆ, ਪਰ ਮੈਂ ਦੂਸਰੇ ਪਾਸੇ ਇਹ ਕਿਹਾ ਲੜਕੀ ਵਾਲਿਆਂ ਨੂੰ ਭਈ ਜਿਹੜਾ ਹਾਲ ਕਰਾ ਲਓ ਜਿੱਡਾ ਮਰਜ਼ੀ, ਕਿ ਉਹ ਨਿਆਣੇ ਚਾਹੁੰਦੇ ਆ ਵੀ ਉੱਥੇ ਭੰਗੜੇ ਪੈਣ, ਖੁਸ਼ ਹੋਈਏ ਹੈ ਨਾ, ਅਤੇ ਨੱਚੀਏ ਟੱਪੀਏ, ਅਤੇ ਤੁਸੀਂ ਗਰੁੱਪ ਮਰਜ਼ੀ ਜਿਹੜਾ ਇੱਦਾਂ ਕਰਦੇ ਆ ਹਾਲ ਕਰਾ ਲਓ, ਅਤੇ ਗਰੁੱਪ ਵੀ ਹੋ ਜਾਵੇ, ਪਾਰਟੀ ਸਾਂਝੀ ਹੋਊਗੀ, ਅੱਧਾ ਪੈਸਾ ਮੈਂ ਤੁਹਾਨੂੰ ਖਰਚਾ ਦਊਂਗਾ, ਅੱਧਾ ਤੁਸੀਂ ਦਿਓ, ਤੁਸੀਂ ਜਿੰਨੇ ਮਰਜ਼ੀ ਬੰਦੇ ਲੈ ਆਓ, ਅਸੀਂ ਜਿੰਨੇ ਮਰਜ਼ੀ ਲੈ ਆਓ, ਇਹ ਕੋਈ ਪਾਬੰਦੀ ਨਹੀਂ ਹੈ ਨਾ। ਅਤੇ ਮੈਂ ਦੋਨਾਂ ਵਿਆਹਾਂ ਦਾ ਅੱਧ ਖਰਚੇ ਦਾ ਦਿੱਤਾ। ਉਹਨੇ ਐਕਸੈਪਟ ਕੀਤਾ? ਫਿਰ ਐਕਸੈਪਟ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਨੂੰ ਕਰਨਾ ਪੈਣਾ ਹੈ ਨਾ, ਅਤੇ ਮੈਂ ਉਹਨਾਂ ਦਾ ਕੋਈ ਖਰਚਾ ਨਹੀਂ ਕਰਾਇਆ, ਅੱਧੇ ਪੈਸੇ ਉਹਨਾਂ ਨੂੰ ਖਰਚੇ ਦਿੱਤੇ। ਕੋਈ ਲੈਣ ਦੇਣ ਵਾਲੀ ਚੀਜ਼ ਨਹੀਂ ਕੀਤੀ, ਕੁਛ ਨਹੀਂ ਲਿਆ, ਕੋਈ ਮੰਦੀ ਕਿਸੇ ਨੇ ਕੋਈ ਨਹੀਂ ਪਵਾਈ, ਸਿਰਫ ਹਾਰ ਪਾ ਕੇ ਮਿਲਣੀ ਕੀਤੀ। ਦਿਸ ਡੇ ਐਂਡ ਏਜ ਵਿੱਚ ਉਹ ਲੋਕ ਤੁਹਾਨੂੰ ਜਿੱਦਾਂ ਇਹ ਸਿਸਟਮ ਓਪਰਾ ਸਮਝਦੇ ਹੈ? ਕਈਆਂ ਅੱਜ ਕੱਲ੍ਹ ਤਾਂ ਸਾਰੇ ਇੱਦਾਂ ਕਰਦੇ, ਸਾਰੇ ਇੱਕ ਦੂਜੇ ਨਾਲ ਚਾਹੁੰਦੇ ਜ਼ਿਆਦਾ ਕਰਨ, ਦਿਖਾਲਣ। ਹਾਂ, ਸੋ ਹੈ ਤੁਸੀਂ ਤੁਹਾਨੂੰ ਲੋਕਾਂ ਨੇ ਓਪਰਾ ਸਮਝਿਆ ਹੈ ਕਰਨ 'ਚ? ਓਪਰਾ ਕਈਆਂ ਨੇ ਬਹੁਤ ਚੰਗਾ ਸਮਝਿਆ, ਕਈਆਂ ਨੇ ਕਾਪੀ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਬਾਅਦ ਦੇ ਵਿੱਚ, ਵੀ ਇੱਦਾਂ ਹੀ ਕਰਨੀ ਆ, ਕਿਉਂਕਿ ਅਸੀਂ ਸਿਰਫ 2 ਹਾਰਾਂ ਨਾਲ ਹੀ ਮਿਲਣੀ ਕੀਤੀ, ਉਹੀ ਲਾ ਕੇ ਉਹਦੇ ਪਾ ਦੇਣਾ, ਉਹੀ ਉਹਦੇ। ਅਸੀਂ ਕਿਹਾ ਮਿਲਣੀ ਭਾਵੇਂ ਸਾਰੀ ਜਨੇਤ ਹੀ ਕਰਾਈ ਜਾਓ, ਸਾਨੂੰ ਮਿਲਣੀਆਂ ਦਾ ਕੋਈ ਫਰਕ ਨਹੀਂ, ਵੀ ਹਾਰ ਹੀ ਪਾਉਣਾ, ਜੱਫੀ ਪਾਉਣੀ, ਫੋਟੋ ਖਿੱਚ ਲੈਣੀ ਆ, ਅਤੇ ਕੋਈ ਫਰਕ ਨਹੀਂ ਮਿਲਣੀਆਂ। ਅਗਲੇ ਕਈ ਤਾਂ ਕਹਿੰਦੇ ਜੀ ਅਸੀਂ 2 ਮਿਲਣੀਆਂ, 4 ਕਰਾਉਣੀਆਂ, ਇਦੋਂ ਵੱਧ ਨਹੀਂ ਹੋਣੀ, ਉਹ ਨਹੀਂ ਹੋਣੀ। ਮੈਂ ਕਿਹਾ ਭਾਵੇਂ ਸਾਰੀ ਜਨੇਤ ਮਿਲਣੀਆਂ ਕਰੋ, ਰਾਈਟ, ਫੋਟੋ ਖਿੱਚਣੀ ਆ, ਹੱਥ ਮਿਲਾਉਣਾ ਬਸ। ਲੜਕੀ ਵਾਲੇ ਨੇ ਐਕਸੈਪਟ ਹੈ ਸਭ ਕੁਛ? ਖੁਸ਼ ਸੀ, ਨਾਈਸ। ਇੱਦਾਂ ਹੀ ਅਸੀਂ ਹਾਲ ਸਾਂਝੇ ਬੁੱਕ ਕਰਾਏ ਆ, ਕੋਈ ਲੈਣ ਦੇਣ ਨਹੀਂ ਕੀਤਾ, ਜਿਹੋ ਜਿਹਾ ਲੜਕੀ ਵਾਲੇ ਦਾ ਖਰਚਾ ਹੈ ਉੱਦਾਂ ਹੀ ਮੇਰਾ। ਸੋ ਫਿਊਚਰ ਲਈ ਤੁਸੀਂ ਕੀ ਸੋਚਦੇ? ਫਿਊਚਰ ਲਈ ਕੀ ਹੋਣਾ ਪੈਣਾ? ਕਿੱਧਰ ਨੂੰ ਦੁਨੀਆ ਚੱਲੀ ਹੁਣ? ਦੁਨੀਆ ਪਹਿਲਾਂ ਮੈਂ ਵੀ ਸਾਰੀ ਨਾਲੇ ਫਿਰ ਜਿੱਦਾਂ ਏਸ਼ੀਅਨ ਕਮਿਊਨਿਟੀ ਸਪੈਸੀਫਿਕਲੀ ਵੁਲਵਰਹੈਂਪਟਨ ਦੇ ਵਿੱਚ
ਵੈਸੇ ਜੇ ਤਾਂ ਜਿੱਥੋਂ ਤੱਕ ਦੁਨੀਆ ਦੀ ਗੱਲ ਆ ਸਾਰੀ ਦੀ, ਉਹ ਤਾਂ ਮੈਂ ਸਮਝਦਾ ਪਈ ਕਿ ਸਾਰੀ ਦੁਨੀਆ 'ਚ ਵਰਲਡ ਰੈਵੋਲੂਸ਼ਨ ਆਊਗਾ, ਆਉਣ ਵਾਲੇ ਪਾਸੇ ਨੂੰ ਜਾ ਰਿਹਾ। ਕਿਉਂਕਿ ਥਰਡ ਵਰਲਡ ਦੀ ਇੰਨੀ ਲੁੱਟ ਕੀਤੀ ਜਾ ਰਹੀ ਨਾ, ਇੰਨੀ ਜ਼ਿਆਦਾ ਐਕਸਪਲਾਇਟੇਸ਼ਨ ਹੈ ਉਹਨਾਂ ਦੇ ਮੁਲਕਾਂ ਦੀ, ਡਿਵੈਲਪ ਕੰਟਰੀਆਂ ਨੂੰ ਕੀਤੀ ਜਾ ਰਹੀ ਹੈ। ਅਤੇ ਉੱਥੋਂ ਦੀਆਂ ਜਿਹੜੀਆਂ ਗੌਰਮੈਂਟਾਂ ਆ, ਉਹ ਵੀ ਉੱਥੇ ਦੀਆਂ ਕੈਪੀਟਲਿਸਟ ਕਲਾਸ ਦੀਆਂ ਗੌਰਮੈਂਟਾਂ ਜ਼ਿਆਦਾਤਰ, ਉਹ ਆਪਣੀ ਵਰਕ, ਹਾਂ ਜਿੱਦਾਂ ਸਾਡੇ ਇੰਡੀਆ ਦੀ ਮਿਸਾਲ, ਇੰਡੀਆ ਦੀ ਹੈ ਇੱਕ ਪਾਸੇ ਤਾਂ ਇੰਡੀਆ ਦਾ ਨਾ, ਇੱਕ ਪਾਸੇ ਤਾਂ ਇੰਡੀਆ ਨੂੰ ਲੁੱਟ ਰਿਹਾ ਜਿਹੜਾ ਬਾਹਰਲਾ ਇੰਪੀਰੀਅਲਿਜ਼ਮ ਆ, ਬਿਗ ਪਾਵਰਸ ਜਿਹੜੀਆਂ ਹੈਗੀਆਂ, ਰਾਈਟ, ਮਲਟੀ ਨੈਸ਼ਨਲ ਕੰਪਨੀਜ਼ ਦੇ ਰਾਹੀਂ, ਅਤੇ ਹੋਰ ਜਿਹੜੇ ਇਹ ਨਹੀਂ ਕੀਤੇ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਅਤੇ ਹੈ ਨੀ, ਅਤੇ ਮੋਨੀਟਰੀ ਫੰਡ, ਵਰਲਡ ਬੈਂਕ, ਇਹਨਾਂ ਦੇ ਰਾਹੀਂ ਇੰਡੀਆ ਨੂੰ ਜਾਂ ਹੋਰ ਥਰਡ ਵਰਲਡ ਦੀਆਂ ਗਰੀਬ ਕੰਟਰੀਆਂ ਨੂੰ ਐਕਸਪਲਾਇਟੇਸ਼ਨ ਇਹਨਾਂ ਦੀ ਹੋ ਰਹੀ ਹੈ। ਦੂਏ ਪਾਸੇ ਜਿਹੜੇ ਸਾਡੇ ਮੁਲਕ ਦੀ ਕੈਪੀਟਲਿਸਟ ਕਲਾਸ ਆ, ਉਹ ਵੀ ਉਹਨਾਂ ਦੇ ਵਿੱਚੋਂ ਜਿਹੜੀ ਵੱਡੀ ਮੋਨੋਪੋਲਿਸਟ ਕਲਾਸ ਆ, ਉਹਨਾਂ ਦਾ ਲਿੰਕ ਇਹਨਾਂ ਬਾਹਰਲੀਆਂ ਜਿਹੜੀਆਂ ਪਾਵਰਸ ਆ ਇਹਨਾਂ ਦੇ ਨਾਲ ਹੈਗਾ, ਕਿਉਂਕਿ ਰਲ ਮਿਲ ਕੇ ਖਾਂਦੇ ਪੀਂਦੇ ਆ ਸਾਰੇ। ਉਹ ਵੀ ਸਾਡੇ ਮੁਲਕ ਨੂੰ, ਸਾਡੇ ਮੁਲਕ ਦੀ ਜਿਹੜੀ ਆਮ ਪਬਲਿਕ ਆ, ਆਮ ਗਰੀਬ ਜਨਤਾ, ਵਰਕਿੰਗ ਕਲਾਸ ਆ, ਉਹਦੀ ਐਕਸਪਲਾਇਟੇਸ਼ਨ ਬੇਹੱਦ ਜ਼ੋਰਾਂ 'ਤੇ ਹੁਣ ਚੱਲ ਰਹੀ ਹਰ ਤਰ੍ਹਾਂ। ਕਿਉਂਕਿ ਜਿਹੜਾ ਪਬਲਿਕ ਸੈਕਟਰ ਕਿਸੇ ਟਾਈਮ ਇੰਡੀਆ ਨੇ ਪੈਦਾ ਕੀਤਾ ਸੀ ਨਾ, ਪਬਲਿਕ ਸੈਕਟਰ ਜਿਹਦੇ ਵਿੱਚ ਰੇਲਵੇ ਸੀ, ਇਲੈਕਟ੍ਰੀਸਿਟੀ ਸੀ, ਐਰੋਪਲੇਨ ਜਿਹੜੀਆਂ ਏਅਰ ਇੰਡੀਆ ਜਾਂ ਬੀਮਾ ਕੰਪਨੀਆਂ, ਸਾਰਾ ਕੁਛ, ਬੈਂਕਾਂ ਬੁੰਕਾਂ, ਸਾਰਾ ਕੁਛ ਹੌਲੀ ਹੌਲੀ ਹੁਣ ਬਾਹਰਲੇ ਪ੍ਰੈਸ਼ਰ ਥੱਲੇ ਆ ਕੇ ਨਾ ਵਰਲਡ ਬੈਂਕ ਦੇ ਇਹ ਪ੍ਰਾਈਵੇਟ ਹੱਥਾਂ ਵਿੱਚ ਵੇਚਿਆ ਜਾ ਰਿਹਾ ਹੁਣ ਸਾਰਾ। ਉਹ ਖਰੀਦਦਾ ਕੌਣ ਆ? ਉਹੀ ਵੱਡੇ ਮੋਨੋਪੋਲਿਸਟ ਜਿਹੜੇ ਆ, ਔਰ ਲੈਂਦੇ ਆ ਸਸਤੇ ਤੋਂ ਸਸਤੇ ਭਾਅ 'ਤੇ, ਕੌਡੀਆਂ ਦੇ ਭਾਅ 'ਤੇ ਖਰੀਦੀ ਜਾਂਦੇ ਆ ਮੁਲਕ ਦੀ ਜਿਹੜੀ ਧਨ ਦੌਲਤ ਆ। ਇਹਦਾ ਮਤਲਬ ਇਹ ਕਲਾਸ ਬਹੁਤ ਵੱਡੇ ਗੈਪ, ਜਿਹੜਾ ਗਰੀਬੀ ਅਮੀਰੀ ਦਾ ਬੇਹੱਦ ਗੈਪ ਵਧੀ ਜਾਂਦਾ ਹੈ ਨਾ। ਉਹ ਜਿਹੜਾ ਗੈਪ ਵੱਧਦਾ ਆ, ਆਖਰ ਲੋਕ ਮਰ ਤਾਂ ਜਾਣੇ ਨਹੀਂ, ਉਹਨੇ ਕੁਛ ਨਾ ਕੁਛ ਤਾਂ ਕਰਨਾ ਆਪਣੇ ਜੀਂਦੇ ਰਹਿਣ ਲਈ। ਜ਼ਰੂਰੀ ਆ ਵੀ ਉਹਦੇ ਉੱਤੇ, ਉਹਨਾਂ ਉੱਤੇ ਰਿਪਰੈਸ਼ਨ ਹੋਊਗਾ, ਉਹ ਉੱਠਣਗੇ, ਉਹਨਾਂ ਨੂੰ ਮਾਰਿਆ ਕੁੱਟਿਆ ਜਾਊਗਾ, ਜੇਲ੍ਹਾਂ ਭਰੀਆਂ ਜਾਣਗੀਆਂ। ਇਹ ਹੁੰਦਾ, ਇਹ ਸਾਰੇ ਸੂਬਿਆਂ 'ਚ ਚੱਲਦਾ ਆ, ਰਾਈਟ। ਡਿਵੀਜ਼ਨ ਹੈ ਜਿਹੜਾ Division ਵੱਡਾ ਹੈ। ਹੋ ਜਾਂਦਾ, ਹਾਂ ਪੋਰ ਨਾਲੇ ਰਿਚ ਤੋਂ, ਪਰ ਪੋਰ ਜ਼ਿਆਦਾ ਨੰਬਰਾਂ 'ਚ ਵੀ ਵੱਧਦੇ ਆ। ਹਾਂ, ਨੰਬਰਾਂ 'ਚ ਵਧਣੇ ਹੀ ਆ। ਜਿਹੜੇ ਰਿਚ ਆ ਉਸ ਬਹੁਤ ਜਿੱਦਾਂ ਇਲੀਟ ਆ, ਉਹ ਛੋਟਾ ਗਰੁੱਪ ਹੀ ਆ ਜਿੱਦਾਂ। ਉਹ ਤਾਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਆ ਵੀ ਇੰਡੀਆ ਦਾ, ਮੈਂ ਹਾਲੇ ਕੱਲ੍ਹ ਹੀ ਪੜ੍ਹਿਆ ਵੀ 22 ਬਿਗ ਫੈਮਲੀਜ਼ ਜਿਹੜੀਆਂ, ਬਿਗ ਮੋਨੋਪੋਲਿਸਟ ਫੈਮਲੀਜ਼, 22 ਫੈਮਲੀਆਂ, ਉਹਨਾਂ ਦੇ ਕੋਲ 315 ਕਰੋੜ ਦੀ ਵੈਲਥ ਸੀਗੀ 1951 'ਚ, 1951 ਵਿੱਚ। ਹੁਣ ਉਹਨਾਂ ਕੋਲ ਵੱਧ ਕੇ 1,56,000 ਕੁਛ ਕਰੋੜ ਹੋ ਗਈ ਆ, 1,56,000, ਯਾਨੀ 500 ਟਾਈਮਜ਼ ਉਹ ਆਪਣੀ ਮਨੀ ਜ਼ਿਆਦਾ ਡਿਵੈਲਪ ਕਰ ਗਿਆ, 500 ਟਾਈਮਸ। ਤੂੰ ਦੇਖ ਲਓ ਵੀ ਉਹ ਮਨੀ ਕਿੱਥੋਂ ਆਈ ਹੈ? ਲੋਕਾਂ ਦੇ ਸਿਰਾਂ ਤੋਂ, ਹੈ ਨਾ। ਹੁਣ ਉੱਥੇ ਹਾਲਤ ਇੱਦਾਂ ਹੋਈ ਹੋਈ ਆ, ਮੈਂ ਐਗਜ਼ਾਮਪਲ ਆਪਣੀ ਕੰਟਰੀ ਤਾਂ ਦਿੰਦਾ ਕਿਉਂਕਿ ਮੈਂ ਉਹ ਦੇਖ ਕੇ ਉਹਨਾਂ ਕਰਕੇ। ਹਾਲਤ ਉੱਥੇ ਇਹ ਹੋਈ ਹੋਈ ਆ ਵੀ ਗਰੀਬ ਬੰਦਾ ਆਪਣੇ ਘਰ ਲਈ ਥਾਂ ਨਹੀਂ ਹੁਣ ਲੈ ਸਕਦਾ, ਕੋਈ ਚਾਂਸ ਨਹੀਂ ਕਿਸੇ ਕੋਲ। ਕਿਉਂਕਿ ਇੱਕ ਮਾਲੇ ਦੀ ਕੀਮਤ ਵੀ ਹੁਣ ਪਿੰਡਾਂ ਵਿੱਚ ਵੀ 10,000, 15,000, 20,000 ਰੁਪਏ ਮਾਲੇ ਤੱਕ ਜਾਂਦੀ ਹੈ। ਇੰਨੀ ਮਹਿੰਗੀ ਥਾਂ ਲੈ ਕੇ, ਸ਼ਹਿਰਾਂ ਵਿੱਚ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਪਿੰਡਾਂ ਦੀ ਗੱਲ ਆ। ਪਿੰਡਾਂ ਵਿੱਚ ਵੀ ਗਰੀਬ ਬੰਦਾ ਇੰਨਾ ਪੈਸਾ ਕਿੱਥੇ ਬਚਾ ਕਿੱਦਾਂ ਲਊਗਾ, ਜੋੜ ਕਿੱਦਾਂ ਲਊਗਾ ਪੈਸਾ? ਸੋ ਇਹ ਬਹੁਤ ਜਾਣੀ ਅਨਿਆਂ ਹੋ ਰਿਹਾ, ਅਨਜਸਟਿਸ ਜਿਹਨੂੰ ਕਹਿੰਦੇ ਆ ਵਰਲਡ ਦੇ ਵਿੱਚ, ਸਾਰੇ ਕੰਟਰੀਆਂ 'ਚ ਹੋ ਰਿਹਾ। ਇਹ ਹੋ ਇਸ ਕਰਕੇ ਰਿਹਾ ਵੀ ਜਿਹੜੀ ਇੱਕ ਮੋਨੋਪੋਲਿਸਟ ਜਿਹੜੀ ਨਾ ਮਲਟੀ ਨੈਸ਼ਨਲ ਕੰਪਨੀ, ਜਿਹੜਾ ਵਰਲਡ ਲੈਵਲ 'ਤੇ ਇਹ ਨਹੀਂ ਨਾ ਇੱਕ ਹੁੰਦਾ ਤੰਦੂਆ ਜਾਲ ਜਿਹਾ ਪਾਇਆ, ਸਾਰੇ ਇਹ ਗ੍ਰੈਬ ਕਰੀ ਜਾਂਦੇ ਸਭ ਕੁਛ। ਮੈਂ ਤੈਨੂੰ ਪਹਿਲਾਂ ਪੁੱਛਿਆ ਸੀ ਵਰਲਡ ਦਾ ਪਰਸਪੈਕਟਿਵ ਦਾ ਵੀ ਦੱਸੀ, ਨਾਲੇ ਫਿਰ ਏਸ਼ੀਅਨ ਕਮਿਊਨਿਟੀ ਦਾ ਵੀ, ਜਿੱਦਾਂ ਨਾ ਵੁਲਵਰਹੈਂਪਟਨ ਲਈ ਫਿਊਚਰ ਲਈ ਕੀ ਤਰੀਕਾ ਕਿੱਧਰ ਜਿੱਥੋਂ ਤਾਈਂ ਮੈਂ ਥਿੰਕ ਕਰਦਾ ਆ, ਇੰਡੀਅਨ ਕਮਿਊਨਿਟੀ ਦੇ ਵਿੱਚ ਚੇਂਜ ਤਾਂ ਆਊਗੀ। ਚੇਂਜ ਇੱਦਾਂ ਆਊਗੀ ਵੀ ਜਿਹੜਾ ਇੱਥੇ ਦਾ ਗਾਹਾਂ ਬੱਚੇ ਜੰਮੇ ਹੋਏ ਆ, ਉਹ ਸਾਡੀਆਂ ਪੁਰਾਣੀਆਂ ਜਿਹੜੇ ਰਸਮੋ ਰਿਵਾਜ਼ਾਂ ਨੂੰ ਉਹ ਬਹੁਤਾ ਨਹੀਂ ਅਪਣਾਉਣਗੇ, ਰਾਈਟ।
ਇਸੇ ਤਰ੍ਹਾਂ ਰਿਲੀਜਨ ਜਿਹੜਾ ਆ ਉਹ ਕਮਜ਼ੋਰ ਹੋਊਗਾ ਆਉਣ ਵਾਲੇ ਸਮੇਂ ਵਿੱਚ, ਰਾਈਟ। ਕਿਉਂਕਿ ਨਵੀਂ ਜਨਰੇਸ਼ਨ ਜਿਹੜੀ ਆ ਇੱਕ ਖੁਸ਼ੀ ਨਾਲ ਨਹੀਂ ਕਿਤੇ ਵਿਆਹ ਸ਼ਾਦੀ 'ਤੇ ਚੱਲ ਜਾਣ, ਉੱਦਾਂ ਭਾਵੇਂ ਚੱਲ ਜਾਣ, ਜਿੱਦਾਂ ਰੈਗੂਲਰ ਖੁਸ਼ੀ ਨਾਲ ਨਹੀਂ ਜਾਣ ਵਾਲੇ। ਹੋ ਸਕਦਾ ਕਿਤੇ 1% ਕਿਤੇ ਜਿਨ੍ਹਾਂ ਦੇ ਮਾਂ ਪਿਓ ਆ ਰੈਗੂਲਰ ਜਾਣ ਵਾਲੇ, ਉਹ ਕਹਿ ਕਹਾ ਕੇ ਕਿਤੇ ਗੁਰਦੁਆਰੇ ਮੰਦਿਰਾਂ ਲੈ ਜਾਂਦੇ ਹੋਊਗੇ। ਜਾਣੀ ਜਿਹੜੀ ਜਨਰਲ ਗੱਲ ਆ, ਉਹ ਇੱਥੋਂ ਦੀ ਜਨਰੇਸ਼ਨ ਜਿਹੜੀ ਆ ਉਹ ਧਾਰਮਿਕ ਥਾਵਾਂ 'ਤੇ ਬੜਾ ਖੁਸ਼ੀ ਨਾਲ ਨਹੀਂ ਜਾਂਦੀ। ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਫਿਊਚਰ ਹੈ ਨਹੀਂ, ਧਾਰਮਿਕ ਸਥਾਨਾਂ ਦਾ ਫਿਊਚਰ ਉਹੀ ਆਉਣਾ, ਕਿਉਂਕਿ ਬੰਦੇ ਨੂੰ ਜਿੰਦਾ ਰਹਿਣ ਲਈ ਉਹਨੂੰ ਫੂਡ ਚਾਹੀਦਾ ਆ, ਉਹਨੂੰ ਇੰਟਰਟੇਨਮੈਂਟ ਲਈ ਉਹਨੂੰ ਸਾਰੇ ਸਾਧਨ ਚਾਹੀਦੇ ਆ, ਹਰ ਚੀਜ਼ ਉਹਨੂੰ ਚਾਹੀਦੀ ਹੈ। ਇਹ ਜੇ ਗੱਲ ਨਹੀਂ ਮਿਲਦੀ ਤਾਂ ਫਿਰ ਜ਼ਰੂਰੀ ਹੈ ਜਾਂ ਤਾਂ ਲੋਕ ਯੂਨਾਈਟ ਹੋ ਕੇ ਫਾਈਟ ਕਰੂਗੇ ਪਾਵਰ ਦੇ ਖਿਲਾਫ ਜਿਹੜੀ ਇੱਥੇ ਰੂਲਿੰਗ ਕਲਾਸ ਆ, ਜਾਂ ਫਿਰ ਕੁਛ ਚਿਰ ਲਈ ਚੋਰੀਆਂ ਡਾਕੇ ਜਾਂ ਕੁਛ ਵੀ ਨਹੀਂ ਹੋਇਆ ਕਹਿਣਾ ਸ਼ਰਾਬ ਪੀ ਕੇ ਬਸ ਹੁਣ ਆਪਣੀ ਜ਼ਿੰਦਗੀ ਤਬਾਹ ਕਰ ਲਓ। ਦੋ ਹੀ ਰਾਹ ਹੁੰਦੇ ਆ, ਜਿੱਦਾਂ ਇੱਕ ਪਾਸੇ ਸੁਈਸਾਈਡ ਆ, ਦੂਏ ਪਾਸੇ ਫਾਈਟ ਕਰਨਾ ਆ, ਦੋ ਹੀ ਰਾਹ, ਹੋਰ ਕੋਈ ਰਾਹ ਹੀ ਨਹੀਂ। ਇੱਥੇ ਦੀ ਜਿਹੜੀ ਵਰਕਿੰਗ ਕਲਾਸ ਇੱਥੇ ਦੀ ਵੀ ਨਾ, ਉਹਨਾਂ ਨੂੰ ਵੀ ਰਾਹ ਇੱਕ ਚੁਣਨਾ ਪੈਣਾ, ਕਿਉਂਕਿ ਇੱਥੇ ਇੰਡਸਟਰੀ ਜਿਹੜੀ ਹੈ ਨਾ ਖਤਮ ਹੋਈ ਜਾਂਦੀ ਹੈ। ਇੰਡਸਟਰੀ ਬਾਹਰਲੇ ਮੁਲਕਾਂ ਨੂੰ ਜਾਂ ਤਾਂ ਇਹ ਲਈ ਜਾਂਦੇ ਆ, ਜਾਂ ਬਣੀ ਬਣਾਈ ਚੀਜ਼ ਬਾਹਰੋਂ ਲਿਆ ਕੇ ਇੱਥੇ ਵੇਚੀ ਜਾਂਦੇ ਆ। ਇਹ ਕਿੰਨਾ ਕੁ ਚਿਰ ਚੱਲੂਗਾ, ਇਹ ਜਾਣੀ ਸਮਝ ਤੋਂ ਬਾਹਰ ਆ। ਦੂਸਰੀ ਗੱਲ ਇੱਥੇ ਰੇਸਿਜ਼ਮ ਜਿਹੜਾ ਆ ਆਉਣ ਵਾਲੇ ਸਮੇਂ 'ਚ ਜਿੱਦਾਂ ਜਿੱਦਾਂ ਕੰਮ ਘਟਣੇ ਆ, ਰੇਸਿਜ਼ਮ ਫੇਰ ਵਧਣਾ ਹੈ, ਰੇਸਿਜ਼ਮ ਵੀ ਵਧਣਾ ਹੈ। ਅਤੇ ਇਹਦੇ ਵਿੱਚ ਜ਼ਰੂਰੀ ਹੈ ਲੋਕਾਂ ਨੂੰ, ਆਪਣੇ ਲੋਕਾਂ ਨੂੰ ਵੀ ਯੂਨਾਈਟ ਹੋਣਾ ਪਊਗਾ ਰੇਸਿਜ਼ਮ ਦੇ ਖਿਲਾਫ। ਇੱਥੇ ਦੀ ਵਰਕਿੰਗ ਕਲਾਸ ਨੂੰ ਵੀ ਆਪਣੇ ਆਪ ਨੂੰ ਜੀਂਦੇ ਰੱਖਣ ਲਈ ਯੂਨਾਈਟ ਹੋਣਾ ਪੈਣਾ ਹੈ, ਹੋਣਾ ਪੈਣਾ ਉਹਨਾਂ ਨੂੰ। ਇਹ ਮੈਂ ਥਿੰਕ ਕਰਦਾ। ਹੋਰ ਕੋਈ ਵੀ ਗੱਲ ਹੈਗੀ ਜਿਹੜੀ ਤੁਸੀਂ ਚਾਹੁੰਦੇ ਕਹਿਣ ਨੂੰ ਫਾਈਨਲੀ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਅਸੀਂ ਦੂਸਰੇ ਮੁਲਕ ਵਿੱਚੋਂ ਆਪਣੇ ਜਾਣੀ ਇੰਡੀਆ ਤੋਂ ਉੱਠ ਕੇ ਵੀ ਆ ਕੇ ਇੱਥੇ ਅਸੀਂ ਆਪਣੀ ਚੰਗੀ ਸੋਚ ਇਹ ਲੈ ਕੇ ਆਏ ਸੀ, ਜਿਹਦੇ ਨਾਲ ਅਸੀਂ ਲਾਈਫ ਵਿੱਚ ਖੁਸ਼ ਰਹੇ ਹਾਂ। ਕਿਉਂਕਿ ਪ੍ਰੋਬਲਮਾਂ ਦਾ ਪਤਾ ਆ, ਉਹਨੂੰ ਜੇ ਤੁਸੀਂ ਫੇਸ ਕਰ ਸਕਦੇ ਆ, ਫਾਈਟ ਕਰ ਸਕਦੇ ਆ, ਕਰੋ, ਨਹੀਂ ਕਰੋ ਤਾਂ ਪੁੱਛਾਂ ਪਵਾਉਣ ਵਾਲੇ ਜਦੋਂ ਤੁਰੇ ਫਿਰਦੇ, ਇੱਥੇ ਜਾਣ ਦੀ ਲੋੜ ਨਹੀਂ ਹੈ। ਆਪਣੇ ਲੋਕ ਪੁੱਛਾਂ ਵੀ ਪਵਾਉਣ ਜਾਂਦੇ ਆ, ਪਤਾ ਕਿ ਜਿਹੜੇ ਹੈਗੇ ਆ ਫੋਰਚੂਨ ਟੈਲਰਸ ਜਿਹੜੇ ਹੈਗੇ ਇੱਦਾਂ ਦੇ ਇੱਥੇ ਹੈਗੇ, ਉਹ ਵੀ ਪੁੱਛਾਂ ਪਾਉਂਦੇ ਜਿਹੜੇ। ਉੱਧਰ ਜਾਣ ਦੀ ਲੋੜ ਨਹੀਂ, ਤੁਸੀਂ ਤਾਂ ਖੁਸ਼ ਰਹਿੰਦੇ ਆ। ਤੁਸੀਂ ਜਾਂ ਤਾਂ ਜਿਹੜੀ ਪ੍ਰੋਬਲਮ ਆ ਉਹਨੂੰ ਫੇਸ ਕਰੋ, ਫਾਈਟ ਕਰੋ ਉਹਨੂੰ, ਜਾਂ ਫਿਰ ਝੱਲ ਲਓ ਜੇ ਪ੍ਰੋਬਲਮ ਆ ਤਾਂ, ਹੈ ਨਾ। ਸੋ ਇੱਦਾਂ ਦੀ ਹਾਲਤ ਵਿੱਚ ਹੁਣ ਗਾਂਹ ਸਾਡੇ ਲੋਕਾਂ ਨੂੰ ਯੂਨਾਈਟ ਹੋਣ ਦੀ ਲੋੜ ਆ, ਇਕੱਠੇ ਹੋ ਕੇ ਨਾ ਪ੍ਰੋਬਲਮ ਜਿਹੜੀਆਂ ਉਹਨੂੰ ਫਾਈਟ ਕਰਨਾ ਚਾਹੀਦਾ ਹੈ। ਖਾਸ ਕਰਕੇ ਜਿਹੜਾ ਰੇਸਿਜ਼ਮ ਆਉਣ ਵਾਲੇ ਸਮੇਂ 'ਚ ਵਧਣਾ ਹੈ, ਇਹਦੇ ਲਈ ਫਾਈਟ ਕਰਨਾ ਚਾਹੀਦਾ। ਇਕਨੋਮਿਕ ਪਾਲਿਸੀਆਂ ਜਿਹੜੀਆਂ ਇੱਥੇ ਦੀ ਗੌਰਮੈਂਟ ਦੀਆਂ, ਭਾਵੇਂ ਸਾਡੀ ਗੌਰਮੈਂਟਾਂ ਦੀਆਂ, ਕਿਉਂਕਿ ਉਹ ਜਿਹੜੇ ਮੋਨੋਪੋਲਿਸਟ ਆ, ਬਿਗ ਹੈਗੇ ਆ ਪੀਪਲ ਆ, ਉਹ ਲੁੱਟਦੇ ਆ। ਜੇ ਤੁਸੀਂ ਆਪਣੇ ਆਪ ਨੂੰ ਜਿੰਦਾ ਰੱਖਣਾ, ਤੁਹਾਨੂੰ ਯੂਨਾਈਟ ਕਰਨਾ ਪਊਗਾ, ਟ੍ਰੇਡ ਯੂਨੀਅਨ ਨੂੰ ਮੋਰ ਤਗੜਾ ਕਰਨਾ ਪਊਗਾ ਆਪਣੇ ਹੱਕਾਂ ਨੂੰ ਲੈਣ ਲਈ, ਹੈ ਨਾ। ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਥੈਂਕ ਯੂ ਤੁਹਾਡਾ, ਥੈਂਕ ਯੂ ਜਿਹੜਾ ਇੰਟਰਵਿਊ ਅਸੀਂ ਕਰ ਰਹੇ। ਅੱਛਾ।